ਅਮ੍ਰਿਤਾ ਪ੍ਰੀਤਮ ਦਾ ਨਾਵਲ ਬੇਣੂ ਦਾ ਤੀਸਰਾ ਭਾਗ। ਸਭ ਜਾਣਦੇ ਹਨ, ਪਹਿਲੀ ਪੇਸ਼ੀ 'ਤੇ ਜਦੋਂ ਸਿਪਾਹੀ ਵਾਲੀ ਕਰਤੂਤ ਸਾਹਮਣੇ ਆਈ ਤਾਂ ਸਰਕਾਰੀ ਵਕੀਲ ਨੇ ਤ੍ਰਿਵੇਣੀ ਨੂੰ ਗਵਾਹ ਦੇ ਕਟਹਿਰੇ 'ਚ ਖੜ੍ਹਿਆਂ ਕਰਕੇ ਜੋ ਬੇਸ਼ਰਮ ਸਵਾਲ ਪੁੱਛੇ ਸਨ, ਉਹਨਾਂ ਨੂੰ ਸੁਣ ਕੇ ਹੱਥਕੜੀ ਲੱਗੇ ਚੰਦਨ ਸਿੰਘ ਦੀਆਂ ਅੱਖਾਂ 'ਚ ਲਹੂ ਉਤਰ ਆਇਆ ਸੀ ਅਤੇ ਜਿਹੜੀ ਗਰਜ ਨਾਲ ਉਹਨੇ ਸਰਕਾਰੀ ਵਕੀਲ ਦਾ ਮੂੰਹ ਭੰਨਿਆ ਸੀ, ਸਾਰੀ ਕਚਹਿਰੀ 'ਚ ਉਹਦੀ ਧਮਕ ਬਹਿ ਗਈ। ਚੰਦਨ ਸਿੰਘ ਨੇ ਕ੍ਰੋਧ ਨੂੰ ਉਗਲਿਆ ਵੀ ਸੀ, ਪੀਤਾ ਵੀ ਸੀ ਅਤੇ ਜੋ ਆਖਿਆ ਸੀ ਉਬਲ ਕੇ ਆਖਿਆ ਸੀ, ਪਰ ਦਲੀਲ ਨਾਲ ਆਖਿਆ ਸੀ। ਵਕੀਲ ਸਾਹਿਬ, ਉਸ ਕਾਨੂੰਨ ਦੇ ਡੰਡੇ ਨੇ ਕੁੜੀ ਨੂੰ ਕਿਵੇਂ ਹੱਥ ਪਾਇਆ? ਪਹਿਲਾਂ ਬਾਂਹ ਨੂੰ ਕਿ ਲੱਤ ਨੂੰ? ਇਹ ਕੀ ਪੁੱਛਣ ਵਾਲੀਆਂ ਗੱਲਾਂ ਨੇ? ਇੱਕ ਖੁਆਰੀ ਤਾਂ ਉਹਨੇ ਕੀਤੀ, ਦੂਜੀ ਤੁਸੀਂ ਕਾਹਨੂੰ ਕਰਦੇ ਹੋ? ਬਸ ਇਹ ਜਾਣੋ ਕਿ ਕਿਹੜੀ ਨੀਅਤ ਨਾਲ ਆਇਆ ਸੀ। ਸਵਾਲ ਨੀਅਤ ਦਾ ਹੁੰਦਾ ਹੈ, ਕਰਮ ਦਾ ਨਹੀਂ। ਅਤੇ ਚੰਦਨ ਸਿੰਘ ਪਹਿਲੀ ਪੇਸ਼ੀ 'ਚ ਹੀ ਲੋਕਾਂ ਭਾਣੇ ਮੁਕੱਦਮਾ ਜਿੱਤ ਗਿਆ। ਪਰ ਜਿਹੜੇ ਸਰਕਾਰੀ ਮਸ਼ੀਨਰੀ ਨੂੰ ਪੁਰਜਿਆਂ ਤੱਕ ਜਾਣਦੇ ਆ, ਉਹ ਜਾਣ ਗਏ ਕਿ ਹੁਣ ਚੰਦਨ ਸਿੰਘ ਦਾ ਛੁੱਟਣਾ ਮੁਸ਼ਕਿਲ ਹੈ। ਭਾਵੇਂ ਚੰਦਨ ਸਿੰਘ ਦੇ ਵਕੀਲ ਨੇ ਸਿਪਾਹੀ ਦੀ ਨੀਅਤ ਬਾਰੇ ਦੱਸਦਿਆਂ ਜਾਂਚ ਨਾਲ ਇਹ ਵੀ ਕਿਹਾ ਸੀ, ਚੰਗੇ ਮਾੜੇ ਹਰ ਕਿੱਤੇ 'ਚ ਹੁੰਦੇ ਹੈ, ਇਹਨਾਂ ਨਾਲ ਕਿਸੇ ਵੀ ਕਿੱਤੇ ਦੀ ਤੁਹਾਈ ਨਹੀਂ ਹੋ ਜਾਂਦੀ। ਪਰ ਪੁਲਿਸ ਨੇ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਖਾਰ ਕੱਢਣੀ ਸੀ, ਇਹਦਾ ਅਨੁਮਾਨ ਜਿਹਾ ਸਾਰਿਆਂ ਨੂੰ ਹੋ ਗਿਆ ਸੀ। ਅਤੇ ਸਭ ਜਾਣਦੇ ਸਨ, 7 ਦੁਸ਼ਾਲਿਆਂ 'ਚ ਕੱਜੀ ਹੋਈ ਅਤੇ ਪਾਲਕੀ ਦੇ ਰੇਸ਼ਮੀ ਆਸਣ ਉੱਤੇ ਬਹਿਣ ਵਾਲੀ ਠਾਕੁਰਾਇਣ ਚੰਦਨ ਸਿੰਘ ਦੀ ਹਰ ਪੇਸ਼ੀ ਵਾਲੇ ਦਿਨ ਕਚਹਿਰੀ ਦੇ ਰੋੜਾਂ ਉੱਤੇ ਬੈਠੀ ਹੁੰਦੀ ਸੀ। ਚੰਦਨ ਸਿੰਘ ਦੀ ਜ਼ਮਾਨਤ ਨਹੀਂ ਸੀ ਹੋਈ ਅਤੇ ਠਾਕੁਰ ਪ੍ਰਿਥਵੀ ਸਿੰਘ ਨੂੰ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਅੰਗਰੇਜ਼ਾਂ ਦੇ ਵੇਲੇ ਕਾਂਗਰਸ ਦੇ ਜਿਹੜੇ ਲੀਡਰ ਉਹਦੀ ਗੜੀ 'ਚ ਪਨਾਹ ਲੈਂਦੇ ਹੁੰਦੇ ਸੀ, ਅੱਜ ਉਹਨਾਂ ਦੇ ਰਾਜ ਵਿੱਚ ਉਹਦੇ ਪੁੱਤਰ ਦੀ ਜ਼ਮਾਨਤ ਵੀ ਨਹੀਂ ਸੀ ਹੋ ਰਹੀ। ਦਿਨ ਦੇ ਚਾਨਣ ਵਰਗਾ ਸੱਚ ਇਹ ਸੀ ਕਿ ਠਾਕੁਰ ਪ੍ਰਿਥਵੀ ਸਿੰਘ ਦੀ ਗੜੀ ਉਖੜਨ ਨਾਲ ਚੌਧਰੀ ਭੂਪ ਸਿੰਘ ਦੀ ਗੜੀ ਹੋਰ ਤਾਕਤ ਫੜ ਗਈ ਸੀ ਅਤੇ ਪਿੰਡ ਦੀਆਂ ਗਵਾਹੀਆਂ ਜੋ ਹੰਸਾ ਮੋਤੀ ਦੀ ਜੋੜੀ ਟੁੱਟਣ 'ਤੇ ਹੱਥ ਮਲਦੀਆਂ ਸੀ, ਹੁਣ ਚੌਧਰੀ ਭੂਪ ਸਿੰਘ ਦੇ ਜ਼ੋਰ ਹੇਠ ਅੱਖਾਂ ਫੇਰ ਗਈਆਂ। ਹੁਣ ਸਰਕਾਰੀ ਦਰਬਾਰੇ ਜੋ ਅਹੁਦੇਦਾਰ ਸਨ, ਜੋ ਚਿਰਾਂ ਦੇ ਠਾਕੁਰ ਪ੍ਰਿਥਵੀ ਸਿੰਘ ਦੇ ਰਿਣੀ ਸਨ, ਹੁਣ ਚੌਧਰੀ ਭੂਪ ਸਿੰਘ ਦਾ ਸੋਨਾ ਅੰਦਰ ਪਾ ਕੇ ਠਾਕੁਰ ਪ੍ਰਿਥਵੀ ਸਿੰਘ ਵਾਸਤੇ ਮੋਈ ਰਕਮ ਵਰਗੇ ਹੋ ਗਏ ਸਨ। ਇੱਕ ਗੰਗਾ ਅਤੇ ਇੱਕ ਤ੍ਰਿਵੇਣੀ ਠਕੁਰਾਇਣ ਦੇ ਸੱਜੇ ਖੱਬੇ ਉਹਦੀਆਂ ਬਾਹਾਂ ਵਾਂਗ ਬਹਿ ਜਾਂਦੀਆਂ। ਗੰਗਾ ਅਤੇ ਤ੍ਰਿਵੇਣੀ ਨੂੰ ਪੁਲਿਸ ਦੇ ਜ਼ੋਰ ਧੱਕੇ ਤੋਂ ਬਚਾਉਣ ਲਈ ਠਕੁਰਾਇਣ ਨੇ ਆਪਣੀ ਕੋਠੀ ਆਸਰਾ ਦੇ ਦਿੱਤਾ ਸੀ। ਗੰਗਾ ਭਾਵੇਂ ਠਕੁਰਾਇਣ ਦੀ ਤਾਬੇਦਾਰੀ 'ਚ ਸੀ, ਘਰ ਦਾ ਚੌਂਕਾ ਵੀ ਹੁਣ ਉਹੀ ਸੰਭਾਲਦੀ ਸੀ, ਪਰ ਠਕੁਰਾਇਣ ਨੇ ਉਹਨੂੰ ਦਾਸੀ ਕਰਕੇ ਕਦੀ ਨਹੀਂ ਸੀ ਜਾਣਿਆ। ਤ੍ਰਿਵੇਣੀ ਚੁੱਪ ਛਾ ਗਈ, ਠਕੁਰਾਇਣ ਦੇ ਨਾਲ ਰਹਿੰਦੀ ਅਤੇ ਠਕੁਰਾਇਣ ਪੁੱਤਰ ਦੇ ਮੋਹ ਨਾਲ ਪੰਘਰੀ ਹੋਈ ਤ੍ਰਿਵੇਣੀ ਦਾ ਮੂੰਹ ਵੇਖ ਕੇ ਰੱਬ ਨੂੰ ਉਹਦੇ ਨਾਂ ਦਾ ਵਾਸਤਾ ਪਾਉਂਦੀ। ਮੇਰੇ ਰਾਮ, ਮੈਂ ਤਾਂ ਕੋਈ ਪਾਪ ਕੀਤਾ ਹੋਏਗਾ, ਜੇ ਮੇਰੇ ਦੁੱਧ ਦਾ ਕੋਈ ਦੋਸ਼ ਮੇਰੇ ਪੁੱਤਰ ਨੂੰ ਲੱਗ ਗਿਆ, ਪਰ ਇਸ ਕੰਜ ਕੁਆਰੀ ਨੇ ਤਾਂ ਕੋਈ ਪਾਪ ਨਹੀਂ ਕੀਤਾ, ਤੂੰ ਇਹਦੀ ਮਾਂਗ 'ਚ ਸੰਧੂਰ ਭਰ ਦੇ। ਠਕੁਰਾਇਣ ਨੇ ਆਪਣੇ ਪੁੱਤਰ ਦਾ ਬੋਲ ਪੂਰਾ ਕਰਨ ਲਈ ਮਨ 'ਚ ਧਾਰ ਲਿਆ ਹੋਇਆ ਸੀ ਕਿ ਚੰਦਨ ਜਦੋਂ ਛੁੱਟ ਕੇ ਘਰ ਆਏਗਾ, ਮੈਂ ਆਪਣੇ ਹੱਥੀਂ ਆਪਣੇ ਖਾਨਦਾਨ ਦੀ ਸਾਰੀ ਮਰਿਆਦਾ ਭੁੱਲ ਕੇ ਪੁੰਨ ਖੱਟਾਂਗੀ। ਠਾਕੁਰ ਦੇ ਮਨ 'ਚ ਬੀਤੇ ਦਾ ਪਛਤਾਅ ਨਹੀਂ ਸੀ, ਪਰ ਠਕੁਰਾਇਣ ਦੇ ਮਨ 'ਚ ਇਹ ਜ਼ਰੂਰ ਸੀ ਕਿ ਉਹਦੇ ਹੈਂਕੜੀ ਮਰਦ ਹੱਥੋਂ ਕਈ ਗਰੀਬ ਗੁਰਬੇ ਸਤਾਏ ਗਏ ਸਨ ਅਤੇ ਉਹਦੀ ਹਰ ਵੇਲੇ ਦੀ ਵਾਸ਼ਨਾ ਨੇ ਉਹਨਾਂ ਨੂੰ ਇਹ ਦਿਨ ਵਿਖਾਏ ਸਨ। ਠਕੁਰਾਇਣ ਕਚਹਿਰੀ ਦੇ ਬਾਹਰ ਬੈਠੀ ਹੁੰਦੀ ਤਾਂ ਕਈ ਮਨਚਲੇ ਕੋਲੋਂ ਦੀ ਲੰਘਦੇ ਤ੍ਰਿਵੇਣੀ ਵੱਲ ਉਂਗਲਾਂ ਕਰਕੇ ਆਖ ਜਾਂਦੇ, ਹੈ ਤਾਂ ਰਈਸ ਜ਼ਿਆਦਾ ਨਾ, ਕੀ ਪਤਾ ਜੇਲ੍ਹ 'ਚ ਵੀ ਰਖੇਲ ਨੂੰ ਨਾਲ ਲੈ ਜਾਏ। ਠਕੁਰਾਇਣ ਆਪਣੀਆਂ ਅੱਖਾਂ 'ਚ ਉਤਰਿਆ ਲਹੂ ਕੱਜ ਲੈਂਦੀ ਅਤੇ ਨਾਲ ਹੀ ਤ੍ਰਿਵੇਣੀ ਨੂੰ ਆਪਣੇ ਸਿਰ ਦੀ ਮੋਟੀ ਚਾਦਰ ਦੇ ਪੱਲੇ ਪਿੱਛੇ ਕਰ ਲੈਂਦੀ। ਔਰਤ ਦੀ ਮਜਬੂਰੀ ਦਾ ਜਿਹੜਾ ਸੰਤਾਪ ਪਤੀ ਦੇ ਕਈ ਰਖੇਲਾਂ ਰੱਖਣ 'ਤੇ ਉਹਨੇ ਜਵਾਨੀ 'ਚ ਨਹੀਂ ਸੀ ਜਾਣਿਆ, ਉਹ ਐਸ ਉਮਰੇ ਨੰਗੀ ਸੜਕ ਉੱਤੇ ਤ੍ਰਿਵੇਣੀ ਦੇ ਮੂੰਹ ਵੱਲ ਵੇਖ ਕੇ ਭੁਗਤਦੀ ਪਈ। ਅਤੇ ਸਭ ਜਾਣਦੇ ਹਨ, ਗਿਣਤੀ ਦੀਆਂ ਪੇਸ਼ੀਆਂ ਪਿੱਛੋਂ ਚੰਦਨ ਸਿੰਘ ਨੂੰ ਫਾਂਸੀ ਦਾ ਹੁਕਮ ਹੋ ਗਿਆ। ਪਰ ਕੋਈ ਨਹੀਂ ਜਾਣਦਾ, ਸ਼ਿਵਰਾਤਰੀ ਵਾਲੇ ਦਿਨ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੀ ਸਿੰਧ ਨਦੀ 'ਤੇ ਜਿਸ ਵੇਲੇ ਲਾਗਲੇ ਪਿੰਡਾਂ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਕੇ ਪੁਰਬ ਮਨਾ ਰਹੇ ਸਨ, ਉਸ ਵੇਲੇ ਲਾਲ ਕੰਨੀ ਦੀ ਚਿੱਟੀ ਧੋਤੀ 'ਚ ਲਿਪਟੀ ਇੱਕ ਪਰਦੇਸੀ ਔਰਤ ਸਿੰਧ ਨਦੀ ਦੇ ਸਨਕੂਏ 'ਚ ਖਲੋ ਕੇ ਰੱਬ ਨਾਂ ਦੀ ਤਾਕਤ ਤੋਂ ਕੀ ਮੁਰਾਦ ਮੰਗ ਰਹੀ ਸੀ। ਸਿੰਧ ਨਦੀ ਦਾ ਪਾਣੀ ਲੋਕ ਇੰਨਾ ਪਵਿੱਤਰ ਜਾਣਦੇ ਹੈ ਕਿ ਲਾਗਲੇ ਪਿੰਡ ਵਾਲੇ ਸ਼ਿਵਰਾਤਰੀ ਨੂੰ ਕਾਂਵਰ ਭਰਨ ਆਉਂਦੇ ਹਨ। ਕਾਂਵਰ ਇੱਕ ਵਹਿੰਗੀ ਜਿਹੀ ਹੁੰਦੀ ਹੈ ਜਿਹਦੇ ਮੋਟੇ ਡੰਡੇ ਨਾਲ ਦੋਹੀਂ ਪਾਸੇ ਮਟਕੀਆਂ ਵੱਜੀਆਂ ਹੁੰਦੀਆਂ ਹਨ।
ਉੱਤੋਂ ਦੀ ਇਹਨੂੰ ਸੂਹੇ ਕੱਪੜੇ ਨਾਲ ਕੱਜਿਆ ਤੇ ਸਜਾਇਆ ਹੁੰਦਾ ਹੈ। ਦੋਹੀਂ ਬੰਨੀ ਫੁੱਲਾਂ ਦੇ ਹਾਰ ਲਟਕਾਏ ਹੁੰਦੇ ਹਨ ਤੇ ਸਿੰਧ ਨਦੀ 'ਚੋਂ ਮਟਕੀਆਂ ਭਰਨ ਪਿੱਛੋਂ ਲੋਕ ਕਾਂਵਰ ਨੂੰ ਆਪਣੇ ਆਪਣੇ ਪਿੰਡ ਲਿਜਾਂਦੇ ਹਨ। ਰਾਹ 'ਚ ਇਹਨੂੰ ਸਾਹ ਕੱਢਣ ਲਈ ਜ਼ਮੀਨ ਉੱਤੇ ਨਹੀਂ ਧਰਦੇ। ਪੈਂਡਾ ਭਾਵੇਂ ਕਿੱਡਾ ਲੰਬਾ ਹੋਵੇ, ਸਾਥੀਆਂ ਨਾਲ ਮੋਢਾ ਬਦਲ ਲੈਂਦੇ ਹਨ, ਪਰ ਕਾਂਵਰ ਨੂੰ ਭੋਏ 'ਤੇ ਨਹੀਂ ਰੱਖਦੇ। ਉਹ ਸਾਰਾ ਵੇਲਾ ਤੁਰਦੇ ਰਹਿੰਦੇ ਹਨ ਤੇ ਸ਼ਿਵਾਂ ਦੀ ਉਸਤਤ ਗਾਉਂਦੇ ਰਹਿੰਦੇ ਹਨ। ਬੇਣੂ ਨੇ ਸਿੰਧ ਨਦੀ ਪੈਰ ਪਾਣ ਤੋਂ ਪਹਿਲਾਂ ਜਦੋਂ ਇਹ ਕਾਂਵਰ ਜਾਂਦੀ ਵੇਖੀ, ਸ਼ਿਵਾਂ ਦੀ ਉਸਤਤ ਸੁਣੀ, ਨਾਲ ਹੀ ਮਨੁੱਖੀ ਜ਼ਿੰਦਗੀ ਦੀ ਅਕਾਰਥਤਾ ਮਨ ਭਰ ਆਇਆ। ਕੁਝ ਲੋਕ ਕਾਂਵਰ ਚੁੱਕੀ ਗਾ ਰਹੇ ਸਨ। ਬੜੇ ਭਏ ਤੋ ਕਾ ਭਏ, ਜੈਸੇ ਪੇੜ ਖਜੂਰ, ਪੰਛੀਅਨ ਕੋ ਛਾਇਆ ਨਹੀਂ, ਫਲ ਲਾਗੇ ਅਤ ਦੂਰ, ਬੋਲੇ ਕਿ ਭਾਈ ਬੰਮ ਬੋਲੇ। ਤੇ ਬੇਣੂ ਹਜ਼ਾਰ ਸੋਚਾਂ 'ਚ ਲੰਘ ਗਈ। ਇੱਕੋ ਕਾਂਵਰ ਵੀ ਹੈ ਜੋ ਕਿਸੇ ਨੂੰ ਦਿਸਦੀ ਨਹੀਂ। ਮੈਂ ਵਰੇ ਹੋਏ ਪਿਆਰ ਦੀ ਨਦੀ 'ਚੋਂ ਅੱਖਾਂ ਦੀਆਂ ਮਟਕੀਆਂ ਭਰੀਆਂ, ਅਜੇ ਤੱਕ ਭੋਏ ਨਹੀਂ ਰੱਖੀਆਂ। ਇਸ ਵਹਿੰਗੀ ਨੂੰ ਮੋਢੇ 'ਤੇ ਚੁੱਕੀ ਫਿਰਦੀਆਂ, ਸਿਰਫ ਚੁੱਪਾਂ, ਬੋਲ ਨਹੀਂ ਸਕਦੀ। ਤੇ ਬੇਣੂ ਦਾ ਮਨ ਅਰਾਧਨਾ 'ਚ ਜੁੜ ਗਿਆ। ਹੇ ਸ਼ਿਵ ਸ਼ਕਤੀ, ਕੀ ਮੇਰੀ ਲਗਨ ਦਾ ਕੋਈ ਫਲ ਨਹੀਂ? ਕੀ ਮੇਰੇ ਪਿਆਰ ਦੀ ਨਦੀ ਤੇਰੀ ਸਿੰਧ ਨਦੀ ਵਾਂਗ ਨਹੀਂ? ਜ਼ਿੰਦਗੀ ਅਕਾਰਤ ਹੀ ਸਹੀ, ਖਜੂਰ ਦਾ ਰੁੱਖ ਹੀ ਸਹੀ, ਮੇਰਾ ਹੱਥ ਨਹੀਂ ਪਹੁੰਚਦਾ ਨਾ ਸਹੀ। ਮੈਨੂੰ ਉਹਦੀ ਛਾਂ ਨਹੀਂ ਚਾਹੀਦੀ, ਸਿਰਫ ਉਹਨੂੰ ਫਲ ਲਾ ਦੇ, ਦੂਰ ਦਾ ਫਲ ਜਿਹਨੂੰ ਮੈਂ ਤੋੜਨਾ ਨਹੀਂ, ਨਾ ਮੂੰਹ ਲਾਉਣਾ। ਸਿੰਧ ਨਦੀ ਦੀ ਕਥਾ ਸੁਣਾਉਂਦੇ ਸ਼ਿਵ ਮੰਦਰ ਦੇ ਪੁਜਾਰੀ ਨੇ ਬੇਣੂ ਨੂੰ ਦੱਸਿਆ, ਬ੍ਰਹਮਾ ਦੇ 4 ਮਾਨਸ ਪੁੱਤਰ ਸਨ, ਸਨਕ, ਸਨੰਦਨ, ਸਨਾਤਨ, ਸਨਤ, ਕੁਮਾਰ। ਉਹ ਇੱਥੇ ਆਏ, ਪਰ ਮੀਲਾਂ ਤੱਕ ਕਿਤੇ ਪਾਣੀ ਨਹੀਂ ਸੀ। ਉਹ ਤਪੱਸਿਆ ਕਰਨ ਬੈਠੇ। ਇਹ ਉਹਨਾਂ ਦੀ ਤਪੱਸਿਆ ਦਾ ਪ੍ਰਤਾਪ ਸੀ ਕਿ ਦੂਰ ਵਹਿੰਦੀ ਸਿੰਧ ਨਦੀ ਨੇ ਰੁੱਖ ਮੋੜ ਲਿਆ ਤੇ ਮੀਲਾਂ ਦਾ ਚੱਕਰ ਕੱਟ ਕੇ ਉਹ ਮਾਨਸ ਪੁੱਤਰਾਂ ਦੇ ਪੈਰਾਂ 'ਚ ਵਹਿਣ ਲੱਗੀ। ਤੇ ਬੇਣੂ ਲਾਲ ਕੰਨੀ ਦੀ ਚਿੱਟੀ ਧੋਤੀ 'ਚ ਲਿਪਟੀ ਸਿੰਧ ਨਦੀ ਦੇ ਸਨਕੂਏ 'ਚ ਖਲੋ ਕੇ ਦੋਵੇਂ ਤਲੀਆਂ ਅੱਡ ਕੇ ਈਸ਼ਵਰ ਦੀ ਸ਼ਕਤੀ ਤੋਂ ਮੰਗਣ ਲੱਗ ਪਈ। ਮੈਂ ਸਾਰੀ ਉਮਰ ਤ੍ਰਿਹਾਈ ਰਹੀ ਹਾਂ, ਤ੍ਰਿਹਾਈ ਰਵਾਂਗੀ। ਮੈਂ ਉਹਦੀ ਜ਼ਿੰਦਗੀ ਦੇ ਪਾਣੀਆਂ ਨੂੰ ਮੂੰਹ ਨਹੀਂ ਲਾਵਾਂਗੀ, ਪਰ ਉਹਦੀ ਜ਼ਿੰਦਗੀ ਦਾ ਪਾਣੀ ਉਹਨੂੰ ਮੋੜ ਦੇ। ਅਸੀਂ ਵੀ ਮਾਨਸ ਪੁੱਤਰ ਹਾਂ ਮੇਰੇ ਈਸ਼ਵਰ, ਗਲਤੀਆਂ ਨਾਲ ਭਰੇ ਹੋਏ, ਮੋਹ ਨਾਲ, ਕ੍ਰੋਧ ਨਾਲ, ਹੰਕਾਰ ਨਾਲ ਭਰੇ ਹੋਏ, ਪਰ ਸਾਡੇ ਵੀ ਦੁੱਖ ਨੇ। ਅਸੀਂ ਵੀ ਤਪੱਸਿਆ ਕਰਦੇ ਹਾਂ। ਆਪਣੀ ਜਾਚੇ ਜਿਹੋ ਜਿਹਾ ਸਾਨੂੰ ਵੱਲ ਆਉਂਦਾ ਹੈ, ਜਿਹੋ ਜਿਹੀ ਤੂੰ ਸਾਨੂੰ ਸਮਝ ਦਿੱਤੀ ਏ, ਅਸੀਂ ਵੀ ਤੇਰੇ ਮਾਨਸ ਪੁੱਤਰ ਹਾਂ। ਭਾਵੇਂ ਬੜੇ ਨਿਗੂਣੇ ਕਿਸਮਤ ਦੀ ਨਦੀ ਦਾ ਮੂੰਹ ਮੋੜ ਦੇ ਮਾਲਕ। ਮੈਂ ਹੋਰ ਕੁਝ ਨਹੀਂ ਮੰਗਦੀ, ਕਿਸੇ ਹੋਰ ਜਨਮ ਮੰਗਾਂਗੀ। ਇਸ ਜਨਮ 'ਚ ਬਸ ਇੰਨਾ ਦੇ ਦੇ, ਉਹ ਜਿਉਂਦਾ ਰਹੇ, ਮੈਂ ਭਾਵੇਂ ਉਹਨੂੰ ਸਾਰੀ ਉਮਰ ਨਾ ਵੇਖਾਂ। ਤੇ ਬੇਣੂ ਰੱਬ ਨਾਲ ਸੌਦਾ ਵੀ ਕਰਦੀ ਪਈ ਸੀ, ਜ਼ਿੱਦ ਵੀ, ਤਰਲਾ ਵੀ। ਉਸ ਰਾਤ ਲੌਂਗਵਤੀ ਦੇ ਪਤੀ ਸ਼ਿਵ ਚਰਨ ਠਾਕੁਰ ਨੇ ਵੇਰਵੇ ਨਾਲ ਚੰਦਨ ਸਿੰਘ ਦੇ ਮੁਕੱਦਮੇ ਨੂੰ ਸੁਣਿਆ, ਸਮਝਿਆ ਤੇ ਫਾਂਸੀ ਦੇ ਹੁਕਮ ਪਿੱਛੋਂ ਵੀ ਹਾਈ ਕੋਰਟ 'ਚ ਅਪੀਲ ਕਰਨ ਵਾਸਤੇ ਕਾਗਜ਼ ਤਿਆਰ ਕਰਨ ਲੱਗਾ। ਉਹਨੇ ਲੌਂਗਵਤੀ ਦਾ ਨਾਂ ਲੈ ਕੇ ਠਾਕੁਰ ਪ੍ਰਿਥਵੀ ਸਿੰਘ ਕੋਲ ਆਪੇ ਹੀ ਬਿਨਾਂ ਬੁਲਾਏ ਜਾਣਾ ਮੰਨ ਲਿਆ ਸੀ। ਬੇਣੂ ਨੇ ਪੱਕੀ ਕੀਤੀ ਸੀ ਕਿ ਉਹਦਾ ਨਾਂ ਉਹ ਕਿਸੇ ਤਰ੍ਹਾਂ ਵੀ ਚੰਦਨ ਸਿੰਘ ਦੇ ਸਾਹਮਣੇ ਜਾਂ ਉਹਦੇ ਘਰਦਿਆਂ ਦੇ ਸਾਹਮਣੇ ਨਹੀਂ ਲਏਗਾ। ਬੇਣੂ ਦੇ ਆਉਣ ਤੋਂ ਪਹਿਲਾਂ ਸ਼ਿਵ ਚਰਨ ਠਾਕੁਰ ਨੇ ਲੌਂਗਵਤੀ ਕੋਲੋਂ ਬੇਣੂ ਦੀ ਕਿਸਮਤ ਦੀ ਕਹਾਣੀ ਸੁਣੀ ਹੋਈ ਸੀ, ਪਰ ਬੇਣੂ ਨੂੰ ਵੇਖ ਕੇ ਤੇ ਉਹਦੇ ਨਾਲ ਗੱਲਾਂ ਕਰਕੇ ਉਹ ਬੇਣੂ ਲਈ ਮੋਹ ਪਿਆਰ ਤੇ ਸ਼ਰਧਾ ਨਾਲ ਭਰ ਗਿਆ ਸੀ। ਕੱਲ੍ਹ ਇੱਕ ਵਾਰ ਸ਼ਿਵ ਚਰਨ ਠਾਕੁਰ ਨੇ ਬੇਣੂ ਦੇ ਮਨ ਦੀ ਥਾਂ ਜਾਚਣ ਲਈ ਆਖਿਆ, ਹੁਣ ਤੱਕ ਸ਼ਾਇਦ ਚੰਦਨ ਸਿੰਘ ਨੂੰ ਤੇਰਾ ਨਾਂ ਵੀ ਚੇਤੇ ਨਾ ਰਿਹਾ ਹੋਵੇ ਬੇਣੂ, ਇਹ ਸਭ ਤੇਰਾ ਆਪੇ ਸੋਚਿਆ, ਆਪੇ ਪਾਇਆ ਨਿਉ ਹੈ। ਤਾਂ ਬੇਣੂ ਹੱਸ ਜੀ ਪਈ, ਆਖਣ ਲੱਗੀ, ਦਾਊ, ਨਿਉ ਵੀ ਬਰਮਾ ਦਾ ਰੂਪ ਹੁੰਦਾ ਹੈ। ਬਰਮਾ ਵੀ ਤਾਂ ਆਪਣੇ ਵਿੱਚੋਂ ਜੰਮਿਆ ਸੀ, ਉਹਦੀ ਕੌਣ ਮਾਂ ਸੀ ਤੇ ਕੌਣ ਪਿਤਾ। ਤੇ ਸ਼ਿਵ ਚਰਨ ਠਾਕੁਰ ਬੇਣੂ ਦੇ ਪਿਆਰ ਦੀ ਥਾਂ ਪਾ ਗਿਆ ਸੀ। ਅੱਜ ਦੁਪਹਿਰ ਜਦੋਂ ਬੇਣੂ ਨਦੀ ਤੋਂ ਮੁੜੀ, ਕਚਹਿਰੀ 'ਚ ਸ਼ਿਵਰਾਤਰੀ ਦੀ ਛੁੱਟੀ ਹੋਣ ਕਰਕੇ ਸ਼ਿਵ ਚਰਨ ਠਾਕੁਰ ਘਰ ਹੀ ਸੀ। ਬੇਣੂ ਲੌਂਗਵਤੀ ਦੀ ਥਾਲੀ ਵਿੱਚੋਂ ਹੀ ਰੋਟੀ ਦੀ ਗਰਾਹੀ ਖਾਂਦੀ ਠਾਕੁਰ ਨੂੰ ਪੁੱਛਣ ਲੱਗੀ, ਦਾਊ, ਮੈਂ ਤਾਂ ਪੜ੍ਹੀ ਲਿਖੀ ਨਹੀਂ, ਤੂੰ ਤਾਂ ਵੇਦ ਵੀ ਪੜ੍ਹੇ ਹੋਣਗੇ। ਇਹ ਦੱਸ ਕਿ ਬ੍ਰਹਮਾ ਦੇ ਇਹ ਪੁੱਤਰ ਮਾਨਸ ਪੁੱਤਰ ਕਿਸ ਤਰ੍ਹਾਂ ਸਨ? ਦੇਵਤਿਆਂ ਦੇ ਘਰ ਮਾਨਸ ਪੁੱਤਰ ਕਿਵੇਂ ਜੰਮੇ? ਸ਼ਿਵ ਚਰਨ ਠਾਕੁਰ ਹੱਸ ਪਿਆ, ਕਹਿਣ ਲੱਗਾ, ਇੱਥੇ ਸਾਰੇ ਇਹੋ ਹੀ ਕਹਿੰਦੇ ਨੇ, ਕੋਈ ਇਹਨਾਂ ਦੀ ਜਣਨੀ ਦਾ ਨਾਂ ਨਹੀਂ ਜਾਣਦਾ। ਸ਼ਾਇਦ ਉਹ ਧਰਤੀ ਦੀ ਔਰਤ ਹੋਵੇ, ਤੇਰੇ ਜਿਹੀ ਜਾਂ ਲੌਂਗਵਤੀ ਜਿਹੀ। ਤੇ ਫਿਰ ਗੰਭੀਰ ਹੁੰਦਾ ਆਖਣ ਲੱਗਾ, ਅਸਲ 'ਚ ਸ਼ਬਦ ਮਾਨਸ ਪੁੱਤਰ ਨਹੀਂ, ਮਾਨਸਿਕ ਪੁੱਤਰ ਹੈ।
ਬੇਣੂ ਦੇ ਹੱਥ ਦੀ ਗਰਾਈ ਹੱਥ 'ਚ ਰਹਿ ਗਈ। ਕਹਿਣ ਲੱਗੀ, ਫਿਰ ਤਾਂ ਗੱਲ ਹੋਰ ਔਖੀ ਹੋ ਗਈ। ਕੀ ਸਰੀਰਕ ਪੁੱਤਰ ਹੋਰ ਹੁੰਦੇ ਹੈ ਤੇ ਮਾਨਸਿਕ ਪੁੱਤਰ ਹੋਰ? ਸ਼ਿਵ ਚਰਨ ਠਾਕੁਰ ਨੇ ਅਜੇ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਲੌਂਗਵਤੀ ਹੱਸਣ ਲੱਗ ਪਈ। ਕਹਿਣ ਲੱਗੀ, ਤੈਨੂੰ ਮੈਂ ਦੱਸਦੀ ਹਾਂ। ਲੌਂਗਵਤੀ ਦਾ ਇੱਕੋ ਪੁੱਤਰ ਸੀ, 7 ਵਰ੍ਹਿਆਂ ਦਾ ਕਰਮ, ਜਿਹਨੂੰ ਸ਼ਿਵ ਚਰਨ ਠਾਕੁਰ ਪਿੰਡਾਂ ਦੇ ਸਕੂਲ 'ਚ ਨਹੀਂ, ਸ਼ਹਿਰ ਦੇ ਕਿਸੇ ਚੰਗੇ ਸਕੂਲ 'ਚ ਪੜ੍ਹਾਉਣਾ ਚਾਹੁੰਦਾ ਸੀ। ਇਸ ਲਈ ਉਹਨਾਂ ਨੇ ਉਹਨੂੰ ਮਸੂਰੀ ਦੇ ਸਕੂਲ ਹੋਸਟਲ 'ਚ ਰੱਖਿਆ ਸੀ। ਲੌਂਗਵਤੀ ਉਸੇ ਦਾ ਨਾਂ ਲੈਂਦੀ ਆਖਣ ਲੱਗੀ, ਜਿਵੇਂ ਸਰਨ ਮੇਰਾ ਸਰੀਰਕ ਪੁੱਤਰ ਹੋਇਆ। ਪਰ ਹੁਣ ਜਦੋਂ ਚੰਦਨ ਸਿੰਘ ਜੇਲ੍ਹ ਤੋਂ ਛੁੱਟ ਆਏਗਾ, ਆ ਕੇ ਵਿਆਹ ਕਰੇਗਾ, ਹੁਣ ਤਾਂ ਤੂੰ ਉਹਨੂੰ ਮਿਲ ਨਹੀਂ ਸਕਦੀ, ਕੋਈ ਹੋਰ ਹੀ ਮਿਲੇਗੀ। ਤੇ ਫਿਰ ਜਿਹੜਾ ਉਹਦੇ ਘਰ ਪੁੱਤਰ ਹੋਏਗਾ ਉਹ ਤੇਰਾ ਮਾਨਸਿਕ ਪੁੱਤਰ ਹੋਏਗਾ। ਲੌਂਗਵਤੀ ਦੀ ਗੱਲ 'ਤੇ ਸ਼ਿਵ ਚਰਨ ਠਾਕੁਰ ਨੀਵੀਂ ਪਾਈ ਹੱਸਦਾ ਰਿਹਾ, ਪਰ ਬੇਣੂ ਨੂੰ ਇੱਕ ਘੜੀ ਸਾਰੇ ਦੁੱਖ ਭੁੱਲ ਗਏ ਜਾਪੇ ਤੇ ਲੌਂਗਵਤੀ ਦਾ ਮੂੰਹ ਚੰਦਨ ਸਿੰਘ ਦੇ ਫਾਂਸੀ ਤੋਂ ਬਚਣ ਦਾ ਵਰ ਦਿੰਦਾ ਜਾਪਿਆ। ਐਸ ਘੜੀ ਉਹਨੂੰ ਸਰੀਰਕ ਪੁੱਤਰ ਤੇ ਮਾਨਸਿਕ ਪੁੱਤਰ ਦਾ ਫਰਕ ਨਹੀਂ ਸੀ ਛੋਹ ਸਕਦਾ, ਸ਼ਾਇਦ ਕਦੇ ਵੀ ਨਹੀਂ ਸੀ ਛੋਹ ਸਕਦਾ, ਪਰ ਐਸ ਘੜੀ ਉੱਕਾ ਨਹੀਂ। ਬੇਣੂ ਦੇ ਵੱਸ ਦੀ ਗੱਲ ਹੁੰਦੀ ਤਾਂ ਉਹ ਚੰਦਨ ਸਿੰਘ ਦੇ ਜੇਲੋਂ ਛੁੱਟਣ ਤੱਕ ਸਨਕੂਏ ਦੇ ਪਾਣੀ 'ਚ ਖਲੋਤੀ ਬ੍ਰਹਮਾ ਦੇ ਮਾਨਸ ਪੁੱਤਰਾਂ ਵਾਂਗ ਤਪ ਕਰਦੀ ਰਹਿੰਦੀ, ਪਰ ਉਹ ਆਪਣੀਆਂ ਮਜਬੂਰੀਆਂ ਜਾਣਦੀ ਸੀ। ਉਹਨੇ ਸਿਰਫ 7 ਦਿਨਾਂ ਦੀ ਪ੍ਰਾਰਥਨਾ ਦਾ ਮਨ ਨਾਲ ਵਚਨ ਕੀਤਾ। ਸ਼ਿਵ ਚਰਨ ਠਾਕੁਰ ਉਹਦੀ ਪਿੱਠ ਪਿੱਛੇ ਲੌਂਗਵਤੀ ਨੂੰ ਕਹਿੰਦਾ, ਮਾਨਸ ਪੁੱਤਰਾਂ ਦੇ ਤਪ ਦੀ ਕਥਾ ਤਾਂ ਲੋਕ ਹਮੇਸ਼ਾ ਜਾਣਨਗੇ, ਪਰ ਇੱਕ ਮਾਨਸ ਪੁੱਤਰੀ ਨੇ ਕਿਹੋ ਜਿਹਾ ਤਪ ਕੀਤਾ, ਇਹ ਗੱਲ ਕਿਸੇ ਨੇ ਨਹੀਂ ਜਾਣਨੀ, ਸ਼ਾਇਦ ਚੰਦਨ ਸਿੰਘ ਨੂੰ ਵੀ ਕਦੇ ਨਹੀਂ ਪਤਾ ਲੱਗਣੀ। ਲੌਂਗਵਤੀ ਦੇ ਮਨ ਨੂੰ ਡੋਹ ਪੈਂਦਾ, ਜੇ ਅਪੀਲ ਖਾਰਜ ਹੋ ਗਈ, ਚੰਦਨ ਸਿੰਘ ਨੂੰ ਸੱਚਮੁੱਚ ਫਾਂਸੀ ਲੱਗ ਗਈ, ਇਸ ਮਾਨਸ ਪੁੱਤਰੀ ਦਾ ਕੀ ਬਣੇਗਾ? ਬੇਣੂ ਨੂੰ ਜਿਹੜੀ ਲਗਨ ਲੱਗੀ ਸੀ, ਲੌਂਗਵਤੀ ਨੇ ਸਿਰਫ ਉਸੇ ਦੀਆਂ ਗੱਲਾਂ ਕੀਤੀਆਂ ਸੀ। ਘਰ ਦੇ ਹੋਰ ਦੁੱਖ ਸੁੱਖ ਪੁੱਛ ਕੇ ਉਹਦੇ ਧਿਆਨ ਨੂੰ ਹੋਰ ਟਿਕਾਇਆ ਨਹੀਂ ਸੀ। ਪਰ 7 ਦਿਨਾਂ ਪਿੱਛੋਂ ਬੇਣੂ ਦੇ ਪਰਤ ਜਾਣ ਵਾਲੀ ਰਾਤ ਲੌਂਗਵਤੀ ਦੇ ਮਨ ਉਹਦੇ ਵਿਛੜਨ ਦਾ ਜਿਹਾ ਡੋਬ ਪਿਆ, ਉਹਦੇ ਨਾਲ ਹੋਈਆਂ ਬੀਤੀਆਂ ਛੋਹ ਦਿੱਤੀਆਂ। ਬੇਣੂ ਸਵੇਰ ਦੀ ਪੂਜਾ ਲਈ ਜਦੋਂ ਨਦੀ 'ਤੇ ਚਲੀ ਜਾਂਦੀ ਸੀ, ਉਹਦੇ ਨਾਲ ਆਇਆ ਉਹਦਾ ਬੁੱਢਾ ਨੌਕਰ ਪਿੱਛੇ ਲੌਂਗਵਤੀ ਦੇ ਚੌਂਕੇ 'ਚ ਉਹਦਾ ਹੱਥ ਵਟਾਉਂਦਾ ਸੀ ਤੇ ਬੇਣੂ ਬੀਬੀ ਦੇ ਸਾਧੂ ਸੁਭਾਅ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਲੌਂਗਵਤੀ ਨਾਲ ਕਦੇ ਕਰਦਾ ਰਹਿੰਦਾ ਸੀ। ਇਸ ਵੇਲੇ ਲੌਂਗਵਤੀ ਨੇ ਉਸੇ ਦੀ ਗੱਲ ਦੁਹਰਾਈ, ਬੇਣੂ ਤੇਰਾ ਨੌਕਰ ਭਲਾ ਆਦਮੀ ਏ, ਦੱਸਦਾ ਸੀ ਬਾਈ ਤਾਂ ਸਵੇਰ ਦੇ ਨਾਮ ਵਰਗੀ ਏ, ਪਰ ਮਾਲਕ ਦਾ ਸੁਭਾਅ ਹੋਰ ਏ, ਤੂੰ ਕਿਵੇਂ ਕੱਟਣੀ ਏ? ਬੇਣੂ ਹੱਸਣ ਲੱਗ ਪਈ, ਆਖਣ ਲੱਗੀ, ਤੈਨੂੰ ਤੇ ਪਤਾ ਏ ਉਹਦਾ ਜੰਦਰਿਆਂ ਦਾ ਵਪਾਰ ਏ, ਮੈਂ ਹੋਰ ਤਾਂ ਉਹਦੇ ਤੋਂ ਕੁਝ ਲਿਆ ਦਿੱਤਾ ਨਹੀਂ, ਪਰ ਇੱਕ ਚੀਜ਼ ਉਹਦੇ ਤੋਂ ਜ਼ਰੂਰੀ ਲਈ ਕਿ ਇੱਕ ਜੰਦਰਾ ਤੇ ਮੈਂ ਆਪਣੀਆਂ ਸੋਚਾਂ ਨੂੰ ਜੰਦਰਾ ਮਾਰ ਲਿਆ ਏ। ਬੇਣੂ ਹੱਸਦੀ ਪਈ ਸੀ, ਪਰ ਲੌਂਗਵਤੀ ਰੋਣ ਹਾਕੀ ਹੋ ਗਈ। ਉਂਝ ਗੱਲ ਇੱਕੋ ਸੀ। ਲੌਂਗਵਤੀ ਨੇ ਭਰੇ ਮਨ ਨਾਲ ਕਿਹਾ, ਇਸ ਵਿਆਹੀ ਨਾਲੋਂ ਤਾਂ ਤੂੰ ਕੁਆਰੀ ਚੰਗੀ ਸੀ। ਸੋਚਾਂ ਤੇ ਆਪਣੀਆਂ ਸਨ। ਬੇਣੂ ਸ਼ਾਂਤ ਸੀ, ਮੱਠੀ ਆਵਾਜ਼ 'ਚ ਕਹਿਣ ਲੱਗੀ, ਤੂੰ ਤਾਂ ਯਤਨ ਕਰਕੇ ਵੇਖ ਲਿਆ ਸੀ, ਪਰ ਕੁੜੀ ਨੂੰ ਕੋਠਾ ਪਾਉਣ ਲਈ ਵੀ ਸਿਰ 'ਤੇ ਮਾਂ ਪਿਓ ਦੀ ਛੱਤ ਚਾਹੀਦੀ ਏ। ਤੇ ਲੌਂਗਵਤੀ ਭਰੀ ਪੀਤੀ ਜੀ ਕਹਿਣ ਲੱਗੀ, ਤੇ ਹੁਣ ਮਾਂ ਪਿਓ ਦੀ ਛੱਤ ਖੁਸ਼ ਏ? ਵਿਹਲੀ ਹੋ ਗਈ ਏ ਨਾ ਤੈਨੂੰ ਬਾਹਰ ਕੱਢ ਕੇ? ਤੇ ਬੇਣੂ ਦੇ ਮਨ ਦਾ ਧੂੰਆਂ ਥੋੜ੍ਹਾ ਜਿਹਾ ਨਿਕਲਿਆ। ਹੁਣ ਤੇ ਮਾਂ ਵੀ ਜਦੋਂ ਬੁਲਾਉਂਦੀ ਏ, ਉਹਦੇ ਘਰ ਜਾਣ ਨੂੰ ਜੀ ਨਹੀਂ ਕਰਦਾ। ਜਦੋਂ ਤਰਲੇ ਕਰਦੀ ਸਾਂ, ਛੱਤ ਹੇਠਾਂ ਰਹਿਣ ਨਾ ਦਿੱਤਾ। ਤੇ ਬੇਣੂ ਹਿਰਕ ਕੇ ਆਖਣ ਲੱਗੀ, ਇਹ ਲਛਮਣ ਰੇਖਾ ਸਿਰਫ ਸੀਤਾ ਦੇ ਪੈਰਾਂ ਅੱਗੇ ਨਹੀਂ ਸੀ, ਹਰ ਔਰਤ ਦੇ ਪੈਰਾਂ ਅੱਗੇ ਹੁੰਦੀ ਏ। ਬਸ ਇੱਕ ਵਾਰੀ ਪੈਰ ਉਸ ਰੇਖਾ ਉੱਤੋਂ ਲੰਘ ਜਾਏ, ਉਸ ਲਕੀਰ ਜਿਹੀ ਤੋਂ, ਮੁੜ ਕੇ ਔਰਤ ਪਿਛਾਂਹ ਨਹੀਂ ਜਾ ਸਕਦੀ। ਤੇ ਬੇਣੂ ਹੋਰ ਦਲੀਲਾਂ 'ਚ ਪੈਂਦੀ ਕਹਿਣ ਲੱਗੀ, ਸੀਤਾ ਦਾ ਤੇ ਕੋਈ ਰਾਮ ਸੀ, ਉਹਨੂੰ ਲੰਕਾ ਤੋਂ ਵੀ ਮੋੜ ਲਿਆਇਆ, ਪਰ ਸਧਾਰਨ ਔਰਤ ਦਾ ਕੋਈ ਰਾਮ ਨਹੀਂ ਹੁੰਦਾ ਜਿਹੜਾ ਉਹਨੂੰ ਮੋੜ ਲਿਆਵੇ। ਤੇ ਬੇਣੂ ਚੁੱਪ ਹੋ ਗਈ। ਇਸ ਤੋਂ ਅੱਗੇ ਉਹ ਥਾਂ ਸੀ ਜਿੱਥੇ ਬੇਣੂ ਨੂੰ ਸੱਚ ਆਖਿਆ ਸੀ ਕਿ ਸੋਚਾਂ ਨੂੰ ਵੀ ਜੰਦਰਾ ਵੱਜ ਜਾਂਦਾ ਹੈ। ਸੋਚ ਅਗਾਂਹ ਨਹੀਂ ਸੀ ਜਾ ਸਕਦੀ, ਪਿਛਾਂਹ ਮੁੜੀ। ਲੌਂਗਵਤੀ ਨੇ ਪੁੱਛਿਆ, ਪਿੰਡ 'ਚ ਖਬਰ ਜੀ ਸੁਣੀ ਸੀ ਕਿ ਤੇਰੇ ਆਦਮੀ ਨੇ ਅੱਗੇ ਵੀ ਕੋਈ ਔਰਤ ਰੱਖੀ ਹੋਈ ਏ, ਕੋਈ ਕੁਜਾਤਣ, ਇਹ ਠੀਕ ਗੱਲ ਏ? ਇਹਦੇ 'ਚ ਕੀ ਖਾਸ ਗੱਲ ਏ? ਬੇਣੂ ਫਿਰ ਹੱਸ ਜੀ ਪਈ। ਉਹ ਨਾਲ ਹੀ ਰਹਿੰਦੀ ਏ? ਲੌਂਗਵਤੀ ਨੇ ਦਿਲ ਨੂੰ ਹੌਲ ਪਿਆ। ਵੱਖਰੀ ਏ, ਪਰ ਨਾਲ ਵੀ ਰਵੇ ਤਾਂ ਕੀ? ਲੌਂਗਵਤੀ ਨੇ ਕਰੋਧ 'ਚ ਬੁੱਲ ਟੁੱਕਿਆ, ਆਖਣ ਲੱਗੀ, ਸੋ ਮਾਂ ਪਿਓ ਨੇ ਤੈਨੂੰ ਭਰੀ ਮੰਜੀ 'ਤੇ ਦੇ ਦਿੱਤਾ? ਪਰ ਬੇਣੂ ਸ਼ਾਂਤ ਸੀ, ਕਹਿਣ ਲੱਗੀ, ਤੈਨੂੰ ਪਤਾ ਹੈ
ਉਹ ਮੰਜੀ ਮੇਰੀ ਨਹੀਂ, ਭਾਵੇਂ ਭਰੀ ਹੁੰਦੀ ਹੋ ਭਾਵੇਂ ਖਾਲੀ। ਤੇ ਲੌਂਗਵਤੀ ਦਾ ਮਨ ਹਿੱਲ ਗਿਆ। ਪਤਾ ਨਹੀਂ ਸੀ ਲੱਗਦਾ ਇਸ ਮਾਨਸ ਪੁੱਤਰੀ ਨੂੰ ਇਸ ਜਨਮ 'ਚ ਕਿਹੋ ਜਿਹਾ ਸਰਾਪ ਮਿਲ ਗਿਆ ਸੀ, ਤੇ ਕੋਈ ਨਹੀਂ ਜਾਣਦਾ। ਬੇਣੂ ਜਦੋਂ ਬੁੱਢੇ ਨੌਕਰ ਦੇ ਸੰਗ 'ਚ ਆਪਣੇ ਅੰਗ ਸਖੀ ਲੌਂਗਵਤੀ ਦੇ ਘਰੋਂ ਅਲੀਗੜ੍ਹ ਮੁੜਦੀ ਗੱਡੀ ਦੇ ਜਨਾਨੇ ਡੱਬੇ 'ਚ ਬੈਠੀ ਸੀ ਤਾਂ ਰਾਤ ਨੂੰ ਇੱਕ ਸਟੇਸ਼ਨ ਉੱਤੇ ਖਲੋਤੀ ਗੱਡੀ ਵੇਲੇ ਇੱਕ ਆਦਮੀ ਪਲੇਟਫਾਰਮ ਉੱਤੇ ਖੱਬਿਓਂ ਸੱਜੇ ਵੱਲ ਜਾਂਦਾ, ਫਿਰ ਸੱਜਿਓਂ ਖੱਬੇ ਵੱਲ ਜਾਂਦਾ। ਉਸ ਡੱਬੇ ਨੂੰ ਚੋਰ ਰੱਖੀ ਵੇਖਦਾ ਰਿਹਾ ਸੀ ਜਿਹਦੇ 'ਚ ਬੇਣੂ ਬੈਠੀ ਸੀ। ਇੱਕ ਵਾਰ ਸ਼ਾਇਦ ਉਹਦੀ ਨਜ਼ਰ ਚੋਰ ਰੱਖੀ ਘੱਟ ਸੀ ਕਿ ਬੇਣੂ ਨੂੰ ਹਰ ਸਟੇਸ਼ਨ 'ਤੇ ਉਤਰ ਕੇ ਪਾਣੀ ਧਾਣੀ ਪੁੱਛਣ ਆਉਂਦੇ। ਉਹਦੇ ਬੁੱਢੇ ਨੌਕਰ ਨੇ ਵੀ ਉਹਨੂੰ ਆਖਿਆ ਤੇ ਬਾਰੀ ਦੇ ਸ਼ੀਸ਼ੇ ਕੋਲ ਹੋ ਕੇ ਉਹਨੂੰ ਕਹਿਣ ਲੱਗਾ, ਬਾਬੂ ਇਹ ਜਨਾਨਾ ਹੈ, ਅਗਲੇ ਡੱਬੇ ਵੱਲ ਜਾ। ਡੱਬੇ 'ਚ ਹੋਰ ਵੀ ਔਰਤਾਂ ਸਨ, ਬਾਲ ਸਨ। ਤੇ ਫਿਰ ਗੱਡੀ ਚੱਲਣ ਵੇਲੇ ਬੇਣੂ ਦਾ ਨੌਕਰ ਉਤਰ ਕੇ ਆਪਣੇ ਮਰਦਾਨੇ ਡੱਬੇ 'ਚ ਜਾ ਬੈਠਾ ਸੀ। ਗੱਡੀ ਚੱਲ ਪਈ ਸੀ ਤੇ ਮੱਠੀਓਂ ਚਾਲੇ ਕੁਝ ਤਿੱਖੀ ਚਾਲੇ ਹੋ ਗਈ। ਜਿਸ ਵੇਲੇ ਬੇਣੂ ਨੇ ਰੋਟੀ ਦੀ ਗਰਾਹੀ ਭੰਨੀ, ਸੀਟ ਉੱਤੇ ਰੋਟੀ ਦਾ ਡੱਬਾ ਖੋਲ੍ਹ ਕੇ ਤੇ ਛੋਟੀ ਤਸ਼ਤਰੀ ਨੂੰ ਧੋ ਪੂੰਝ ਕੇ ਉਹਦਾ ਨੌਕਰ ਉਹਦੇ ਲਈ ਖਾਣਾ ਰੱਖ ਗਿਆ ਸੀ। ਰਾਹ ਦੀ ਰੋਟੀ ਲੌਂਗਵਤੀ ਨੇ ਰਿੰਨ ਪਕਾ ਕੇ ਨਾਲ ਰਖਵਾ ਦਿੱਤੀ ਸੀ ਤੇ ਬੇਣੂ ਨੇ ਸਿੰਧ ਨਦੀ ਦਾ ਪਵਿੱਤਰ ਜਲ ਇੱਕ ਢੱਕਣ ਵਾਲੇ ਡੋਲ 'ਚ ਪਾ ਕੇ ਨਾਲ ਆਂਦਾ ਹੋਇਆ ਸੀ। ਇਸ ਵੇਲੇ ਉਸੇ ਪਾਣੀ ਦਾ ਘੁੱਟ ਭਰਦੀ ਬੇਣੂ ਸੋਚ ਰਹੀ ਸੀ, ਇਹ ਪਾਣੀ ਮੈਂ ਅਲੀਗੜ੍ਹ ਨਹੀਂ ਲਿਜਾ ਸਕਦੀ, ਉੱਥੇ ਸਭ ਕੁਝ ਝੂਠਾ ਹੈ, ਇਹ ਪਾਣੀ ਵੀ ਉੱਥੇ ਝੂਠਾ ਹੋ ਜਾਏਗਾ। ਤੇ ਇੱਕ ਬੇਣੂ ਜਿਵੇਂ ਦੂਜੀ ਬੇਣੂ ਨਾਲ ਝੇੜਾ ਜਿਹਾ ਪਾਉਂਦੀ ਪਈ ਸੀ, ਕੀ ਇਸ ਤੋਂ ਉਲਟਾ ਨਹੀਂ ਹੋ ਸਕਦਾ? ਇਹ ਸੁੱਚਾ ਜਲ ਜਿੱਥੇ ਜੋ ਵੀ ਝੂਠਾ ਹੈ ਉਹਨੂੰ ਸੁੱਚਾ ਬਣਾ ਦੇਵੇਗਾ। ਪਰ ਡੋਲ ਵਿੱਚੋਂ ਛੋਟੇ ਗਲਾਸ 'ਚ ਪਾਣੀ ਪੀ ਕੇ ਪੀਂਦੀ ਇੱਕ ਬੇਣੂ ਦੂਜੀ ਦੇ ਆਖੇ ਨੂੰ ਗੋਲਦੀ ਨਹੀਂ ਸੀ ਜਾਪਦੀ, ਕਿਉਂਕਿ ਪਾਣੀ ਨੂੰ ਨਾ ਬਚਾ ਕੇ ਰੱਖਣਾ ਚਾਹੁੰਦੀ ਸੀ, ਨਾ ਰਾਹ 'ਚ ਕਿਤੇ ਡੋਲਣਾ ਚਾਹੁੰਦੀ ਸੀ। ਇਸ ਲਈ ਘੁੱਟ-ਘੁੱਟ ਕਰਕੇ ਪੀਂਦੀ ਉਹਨੂੰ ਜਿਵੇਂ ਮੁਕਾਂਦੀ ਪਈ ਸੀ। ਉਸੇ ਵੇਲੇ ਜਦੋਂ ਗੱਡੀ ਕਰੀਬ ਤਿੱਖੀ ਚਾਲੇ ਹੋ ਗਈ, ਡੱਬੇ ਦਾ ਬੂਹਾ ਖੁੱਲ੍ਹਿਆ ਤੇ ਉਹ ਆਦਮੀ ਜੋ ਖਲੋਤੀ ਗੱਡੀ ਵੇਲੇ ਉਸ ਡੱਬੇ ਨੂੰ ਗੌਰ ਨਾਲ ਵੇਖਦਾ ਰਿਹਾ ਸੀ, ਅੰਦਰ ਆ ਗਿਆ। ਡੱਬੇ ਦੀਆਂ ਸਾਰੀਆਂ ਜਨਾਨੀਆਂ ਤ੍ਰਹਿ ਗਈਆਂ। ਉਹ ਆਉਣ ਵਾਲਾ ਕੋਈ ਨਹੀਂ ਜਾਣਦਾ। ਮੱਧ ਪ੍ਰਦੇਸ਼ ਦਾ ਮਸ਼ਹੂਰ ਖੈਰਾ ਡਾਕੂ ਸੀ, ਜਿਹਨੇ ਸਿੰਧ ਨਦੀ 'ਚ 7 ਦਿਨ ਤਪ ਕਰਦੀ ਬੇਣੂ ਦਾ ਇਹ ਭੇਤ ਪਾ ਲਿਆ ਸੀ ਕਿ ਅਲੀਗੜ੍ਹ ਦੇ ਮਸ਼ਹੂਰ ਵਪਾਰੀ ਦੀ ਔਰਤ ਹੈ, ਜੋ ਕਿਸੇ ਮੰਨਤ ਮੁਰਾਦ ਲਈ ਇਸ ਪਾਸੇ ਆਈ ਹੈ, ਤੇ ਇੱਕ ਬੁੱਢਾ ਨੌਕਰ ਜਿਹਦੀ ਸੇਵਾ 'ਚ ਹਰ ਵੇਲੇ ਹਾਜ਼ਰ ਰਹਿੰਦਾ ਹੈ। ਨਦੀ 'ਚ ਇਸ਼ਨਾਨ ਕਰਦੀ ਬੇਣੂ ਨੂੰ ਉਹ ਦੂਰੋਂ ਪਾਰੋਂ ਵੇਖ ਗਿਆ ਸੀ ਤੇ ਸੂਈਏ ਰਾਹੀਂ ਉਹਨੇ ਇਹ ਪਤਾ ਵੀ ਕੱਢ ਲਿਆ ਸੀ ਕਿ ਨਦੀ 'ਚ ਇਸ਼ਨਾਨ ਕਰਦੀ ਦੇ ਦੁਆਲੇ ਕੋਈ ਗਹਿਣਾ ਨਹੀਂ ਹੁੰਦਾ। ਪਰ ਏਡੇ ਵੱਡੇ ਵਪਾਰੀ ਦੀ ਤੀਵੀਂ ਸੱਖਣੀ ਬੁੱਚੀ ਆਵੇ, ਇਹ ਗੱਲ ਉਹਨੇ ਮੰਨੀ ਨਹੀਂ ਸੀ ਤੇ ਬੇਣੂ ਦੀ ਵਾਪਸੀ ਦੀ ਉਹਨੇ ਤਾੜ ਰੱਖੀ ਸੀ। ਬੇਣੂ ਨੂੰ ਨਦੀ 'ਚ ਖਲੋਤੀ ਨੂੰ ਉਹਨੇ ਦੂਰੋਂ ਪਾਰੋਂ ਵੇਖਿਆ ਸੀ, ਪਰ ਬੁੱਢੇ ਨੌਕਰ ਨੂੰ ਉਹਨੇ ਨੇੜਿਓਂ ਦੀ ਵੇਖ ਕੇ ਉਹਦੀ ਪਛਾਣ ਕਰ ਲਈ ਸੀ। ਤੇ ਹੁਣ ਹਰ ਸਟੇਸ਼ਨ 'ਤੇ ਬੁੱਢਾ ਨੌਕਰ ਜਿਹੜੇ ਜਨਾਨੇ ਡੱਬੇ 'ਚ ਫੇਰਾ ਮਾਰਦਾ ਸੀ, ਉਸ ਤੋਂ ਉਹਨੇ ਉਸ ਡੱਬੇ 'ਚ ਬੈਠੀ ਬੇਣੂ ਦਾ ਕਿਆਸ ਲਾ ਲਿਆ ਸੀ। ਖੈਰਾ ਜਦੋਂ ਆਪਣੇ 5 ਫੈਰੇ ਨੂੰ ਮੋਢੇ ਉੱਤੇ ਲਈ ਚਾਦਰ 'ਚ ਛੁਪਾ ਕੇ ਗੱਡੀ ਦੇ ਇਸ ਜਨਾਨੇ ਡੱਬੇ 'ਚ ਆ ਗਿਆ ਤਾਂ ਡੱਬੇ 'ਚ ਬੈਠੀਆਂ ਸੁੱਤੀਆਂ ਔਰਤਾਂ ਦੇ ਸੰਗ ਸੁੱਕ ਗਏ। ਖੈਰਾ ਸ਼ਾਇਦ ਲੋੜੋਂ ਪਹਿਲਾਂ ਦਹਿਸ਼ਤ ਨਹੀਂ ਸੀ ਵਰਤਾਉਣੀ ਚਾਹੁੰਦਾ। ਹਲੀਮੀ ਨਾਲ ਆਖਣ ਲੱਗਾ, ਓਹ ਇਹ ਜਨਾਨਾ ਡੱਬਾ ਹੈ, ਮੈਂ ਪਾਣੀ ਪੀਣ ਗਿਆ ਸੀ ਕਿ ਗੱਡੀ ਚੱਲ ਪਈ। ਹਨੇਰੇ 'ਚ ਜਿਹੜਾ ਡੱਬਾ ਸਾਹਮਣੇ ਆਇਆ ਉਸੇ ਨੂੰ ਹੱਥ ਪਾ ਲਿਆ ਤੇ ਖੈਰੇ ਨੇ ਆਪਣੇ ਹੋਠਾਂ ਉੱਤੇ ਇੰਜ ਜੀਭ ਫੇਰੀ ਜਿਵੇਂ ਡਾਢਾ ਤ੍ਰਿਹਾਇਆ ਹੋਵੇ ਤੇ ਜਲਦੀ ਗੱਡੀ ਦੀ ਆਵਾਜ਼ ਸੁਣ ਕੇ ਪਾਣੀ ਵੀ ਨਾ ਪੀ ਸਕਿਆ ਉਹ। ਬੇਣੂ ਨੇ ਆਪਣੇ ਚਾਂਦੀ ਦੇ ਗਲਾਸ ਨੂੰ ਧੋਤਾ ਤੇ ਉਹਦੇ 'ਚ ਡੋਲ ਵਿੱਚੋਂ ਪਾਣੀ ਉਲੱਦਦੀ ਉਹਦੇ ਅੱਗੇ ਕਰਦੀ ਆਖਣ ਲੱਗੀ, ਕੋਈ ਨਹੀਂ ਵੀਰ, ਅਗਲੇ ਸਟੇਸ਼ਨ 'ਤੇ ਉਤਰ ਜਾਈਂ, ਇਹ ਲੈ ਪਾਣੀ, ਇਹ ਸਿੰਧ ਨਦੀ ਦਾ ਪਵਿੱਤਰ ਪਾਣੀ ਹੈ। ਖੈਰੇ ਨੇ ਇੱਕ ਵਾਰੀ ਫਿਰ ਬੇਣੂ ਦੀਆਂ ਸੋਨੇ ਚਾਂਦੀ ਤੋਂ ਅਸਲੋਂ ਸੱਖਣੀਆਂ ਬਾਹਾਂ ਵੱਲ ਵੇਖਿਆ। ਹੈਰਾਨ ਜਿਹੇ ਨੇ ਉਹਦੇ ਕੋਲ ਹੁੰਦਿਆਂ ਪਾਣੀ ਦਾ ਗਲਾਸ ਫੜ ਲਿਆ। ਪਾਣੀ ਨੂੰ ਅਲੀਗੜ੍ਹ ਲਿਜਾਣ ਜਾਂ ਨਾ ਲਿਜਾਣ ਦੀ ਦੁਚਿੱਤੀ 'ਚ ਪਈ ਹੋਈ ਬੇਣੂ ਜਿਵੇਂ ਖਿੜ ਪਈ ਆਖਣ ਲੱਗੀ, ਇਹ ਪਵਿੱਤਰ ਪਾਣੀ ਖੌਰੇ ਤੇਰੇ ਮੂੰਹ ਲੱਗਣਾ ਸੀ ਵੀਰ, ਕਿ ਮੈਂ ਐਡੀ ਦੂਰੋਂ ਚੁੱਕ ਕੇ ਲੈ ਆਈ। ਬੇਣੂ ਭਾਵੇਂ ਸਾਰੀ ਦੁਚਿੱਤੀ ਮੁੱਕ ਗਈ, ਪਰ ਖੈਰੇ ਦੇ ਮਨ 'ਚ ਸੱਚੀ ਮੁੱਚੀ ਦੁਚਿੱਤੀ ਆ ਗਈ ਕਿ ਸੱਚੀ ਮੁੱਚੀ ਇਸ ਕਰਾੜ ਔਰਤ ਦੇ ਪੱਲੇ ਕੋਈ ਸੋਨਾ ਪੈਸਾ ਨਹੀਂ। ਖੈਰੇ ਨੇ ਪਾਣੀ ਪੀਂਦਿਆਂ ਇੱਕ ਵਾਰੀ ਫਿਰ ਬੇਣੂ ਦੀਆਂ ਬਾਹਾਂ ਤੋਂ ਤਾਂ ਉਹਦੇ ਗਲ ਵੱਲ ਵੇਖਿਆ, ਜਿੱਥੇ ਸੋਨੇ ਦੀ ਕੋਈ ਪਤਲੀ ਜਿਹੀ ਜੰਜੀਰੀ ਵੀ ਨਹੀਂ ਸੀ, ਤੇ ਫਿਰ ਆਪਣੀ ਚੋਰ ਰੱਖੀ ਨਜ਼ਰ ਛੁਪਾਉਣ ਲਈ ਹੇਠਾਂ ਸੀਟ ਵੱਲ ਵੇਖਣ ਲੱਗਾ, ਜਿੱਥੇ ਇੱਕ ਪਿੱਤਲ ਦੀ ਤਸ਼ਤਰੀ 'ਚ 2 ਪੂਰੀਆਂ ਤੇ ਆਲੂਆਂ ਦੀ ਭਾਜੀ ਪਈ ਸੀ।
ਇਸ ਵੇਲੇ ਸਾਹਮਣੀ ਸੀਟ ਉੱਤੇ ਇੱਕ ਜਾਗਿਆ ਬੱਚਾ ਵੀ ਬੇਣੂ ਦੇ ਅੱਗੇ ਪਈ ਰੋਟੀ ਪੂਰੀ ਵੱਲ ਹੱਥ ਉਲਾਰਦਾ ਪਿਆ ਸੀ। ਸੋ ਬੇਣੂ ਨੇ ਡੱਬੇ 'ਚੋਂ ਇੱਕ ਪੂਰੀ ਕੱਢਦਿਆਂ ਤੇ ਉੱਤੇ 2 ਆਲੂ ਰੱਖਦਿਆਂ ਉਹਦੀ ਗੋਲ ਪੂਣੀ ਜਿਹੀ ਕਰਕੇ ਬੱਚੇ ਵੱਲ ਕੀਤੀ ਤੇ ਵੇਖਿਆ ਪਾਸੇ ਨਾਲ ਖਲੋਤਾ ਆਦਮੀ ਪੂਰੀ ਆਲੂ ਨੂੰ ਬੜੇ ਗੌਰ ਨਾਲ ਵੇਖ ਰਿਹਾ ਸੀ। ਪਤਾ ਨਹੀਂ ਕੀ ਸੋਚ ਰਿਹਾ ਤੇ ਕੀ ਵੇਖ ਰਿਹਾ ਸੀ, ਪਰ ਬੇਣੂ ਨੂੰ ਜਾਪਿਆ ਜਿਵੇਂ ਉਸ ਆਦਮੀ ਨੂੰ ਤ੍ਰੇਹ ਦੇ ਨਾਲ ਭੁੱਖ ਵੀ ਬਹੁਤ ਲੱਗੀ ਹੋਵੇ। ਬੇਣੂ ਮਨ ਦੀ ਜਿਸ ਹਾਲਤ ਵਿੱਚ ਸੀ, ਇੱਕ ਸਧਾਰਨ ਔਰਤ ਦੇ ਸਧਾਰਨ ਮਨ ਦੀ ਹਾਲਤ ਨਹੀਂ ਸੀ। ਉਹ ਮੁਰਾਦਾਂ ਪੂਰਨ ਵਾਲੀ ਸਿੰਧ ਨਦੀ 'ਚ ਮਲ ਨਹਾ ਕੇ ਸਿੰਧ ਨਦੀ ਦਾ ਰੂਪ ਹੋਈ ਹੋਈ ਸੀ। ਮੁਰਾਦਾਂ ਪੂਰਨ ਵਾਲੇ ਉਹ ਇੱਕ ਰੱਜੇ ਹੋਏ ਤ੍ਰਿਪਤੇ ਮਨ ਵਿੱਚੋਂ ਕਹਿਣ ਲੱਗੀ, ਵੀਰ ਆਹ ਪੂਰੀਆਂ ਸੁੱਚੀਆਂ ਪਈਆਂ ਨੇ, ਜੇ ਤੈਨੂੰ ਭੁੱਖ ਏ ਤਾਂ ਆਪੇ ਡੱਬੇ 'ਚੋਂ ਕੱਢ ਕੇ ਖਾ ਲੈ। ਤੇ ਕੋਈ ਨਹੀਂ ਜਾਣਦਾ, ਨਾ ਕਦੇ ਜਾਣੇਗਾ ਕਿ ਖਹਿਰੇ ਡਾਕੂ ਦੇ ਮਨ 'ਚ ਬੇਣੂ ਦੀ ਆਵਾਜ਼ ਇੱਕ ਠੰਡੇ ਫਏ ਬਹਿ ਗਈ। ਸ਼ਾਇਦ ਹਰ ਜੀਅ ਜੰਤੂ ਦੇ ਮਨ 'ਚ ਕਿਤੇ ਗੁੱਝਾ ਜ਼ਖਮ ਹੁੰਦਾ ਹੈ, ਤੇ ਖਹਿਰੇ ਦੇ ਮਨ ਵਿੱਚ ਵੀ ਸੀ, ਤੇ ਉੱਥੇ ਬੇਣੂ ਦੀ ਆਵਾਜ਼ ਕੂਲੇ ਤੇ ਠੰਡੇ ਫਾਹੇ ਵਾਂਗ ਲੱਗ ਗਈ। ਜਾਂ ਸ਼ਾਇਦ ਬਹੁਤੀ ਇਹੋ ਨਿਰਾਸਤਾ ਸੀ ਕਿ ਬੇਣੂ ਦੇ ਕਿਸੇ ਅੰਗ ਉੱਤੇ ਸੋਨੇ ਦਾ ਤੋਲਾ ਵੀ ਨਹੀਂ ਸੀ, ਤੇ ਖਹਿਰੇ ਨੂੰ ਅੱਜ ਦਾ ਦਿਨ ਅਜਾਈਂ ਹੋ ਜਾਣ ਦਾ ਯਕੀਨ ਹੋ ਗਿਆ ਸੀ। ਸੋ ਇੱਕ ਠੰਡਾ ਜਿਹਾ ਸਾਹ ਭਰ ਕੇ ਤੇ ਇਕੱਠਾ ਜਿਹਾ ਹੋ ਕੇ ਬੇਣੂ ਵਾਲੀ ਸੀਟ ਦੀ ਅੱਸੀ 'ਤੇ ਬਹਿ ਗਿਆ। ਪਰ ਖਹਿਰਾ ਹੈਰਾਨ ਸੀ ਕਿ ਰਾਤ ਅਜਾਈਂ ਜਾਣ ਦੇ ਗੁੱਸੇ ਦਾ ਉਹਦੇ ਮਨ 'ਚ ਕੋਈ ਵੱਟ ਨਹੀਂ ਸੀ ਪੈ ਰਿਹਾ। ਉਹਨੂੰ ਸੱਚੀ ਮੁੱਚੀ ਭੁੱਖ ਜਿਹੀ ਲੱਗ ਗਈ ਸੀ। ਉਹਨੇ ਹੌਲੀ ਜਿਹੀ ਹੱਸ ਕੇ ਇੱਕ ਵਾਰੀ ਬੇਣੂ ਨੂੰ ਮੂੰਹ ਵੱਲ ਵੇਖਿਆ, ਫਿਰ ਇੱਕ ਵਾਰ ਪੂਰੀਆਂ ਦੇ ਡੱਬੇ ਵੱਲ। ਬੇਣੂ ਨੇ ਪੂਰੀਆਂ ਦਾ ਡੱਬਾ ਤੇ ਆਲੂਆਂ ਦਾ ਡੱਬਾ ਦੋਵੇਂ ਉਹਦੇ ਅੱਗੇ ਕਰ ਦਿੱਤੇ। ਖਹਿਰੇ ਨੇ ਡੱਬਿਆਂ ਨੂੰ ਹੱਥ ਨਹੀਂ ਲਾਇਆ, ਸਿਰਫ ਬੁੱਕਲ ਵਿੱਚੋਂ ਦੋਵੇਂ ਹੱਥ ਕੱਢ ਕੇ ਬੇਣੂ ਦੇ ਅੱਗੇ ਇੰਜ ਪਸਾਰ ਦਿੱਤੇ ਜਿਵੇਂ ਇੱਕ ਮੰਦਰ 'ਚੋਂ ਪ੍ਰਸ਼ਾਦ ਮੰਗ ਰਿਹਾ ਹੋਵੇ। ਬੇਣੂ ਨੇ ਪਾਣੀ ਨਾਲ ਸੱਜਾ ਹੱਥ ਸੁੱਚਾ ਕਰਕੇ ਡੱਬੇ 'ਚੋਂ ਪੂਰੀਆਂ ਕੱਢੀਆਂ, ਉੱਤੇ ਸੁੱਕੇ ਆਲੂ ਪਾ ਦਿੱਤੇ, ਨਾਲ ਚਟਨੀ ਤੇ ਖੈਰੇ ਦੀਆਂ ਤਲੀਆਂ 'ਤੇ ਰੱਖ ਦਿੱਤੇ। ਖੈਰੇ ਨੇ ਗਰਾਈ ਪੂਰੀਆਂ ਖਾਧੀਆਂ, ਗਲਾਸ ਅੱਗੇ ਕਰਕੇ ਹੋਰ ਪਾਣੀ ਮੰਗਿਆ ਤੇ ਚਾਂਦੀ ਦੇ ਗਲਾਸ ਨੂੰ ਧੋ ਕੇ ਬੇਣੂ ਦੇ ਅੱਗੇ ਰੱਖਦਿਆਂ ਸੀਟ ਉੱਤੋਂ ਉੱਠ ਬੈਠਾ। ਇਸ ਅਰਸੇ 'ਚ ਖੈਰੇ ਨੇ ਉਹਨੂੰ ਵੀਰ ਆਖਣ ਵਾਲੀ ਬੇਣੂ ਵੱਲ ਮੁੜ ਕੇ ਨਹੀਂ ਵੇਖਿਆ, ਨਾ ਡੱਬੇ ਦੀ ਕਿਸੇ ਹੋਰ ਔਰਤ ਵੱਲ, ਤੇ ਡੱਬੇ ਦੇ ਬੂਹੇ ਕੋਲ ਇੰਜ ਜਾ ਕੇ ਖਲੋ ਗਿਆ ਜਿਵੇਂ ਅਗਲੇ ਸਟੇਸ਼ਨ ਉੱਤੇ ਗੱਡੀ ਦੇ ਖਲੋਣ ਨੂੰ ਉਡੀਕਦਾ ਹੋਵੇ। ਸਟੇਸ਼ਨ ਸ਼ਾਇਦ ਦੂਰ ਸੀ। ਗੱਡੀ ਦੀ ਇੱਕ ਸਾਹੀ ਆਵਾਜ਼ ਕਿਤੋਂ ਨਹੀਂ ਸੀ ਟੁੱਟ ਰਹੀ। ਕੁਝ ਔਰਤਾਂ ਫੇਰ ਉਂਗਲਾ ਗਈਆਂ ਸਨ, ਕੁਝ ਭੈ ਜਿਹੇ 'ਚ ਅੱਖਾਂ ਖੋਲ੍ਹੀ ਉਸੇ ਤਰ੍ਹਾਂ ਬੈਠੀਆਂ ਸਨ, ਤੇ ਔਰਤਾਂ ਦੇ ਇਸ ਡੱਬੇ 'ਚ ਇੱਕ ਆਦਮੀ ਬੂਹੇ ਨੂੰ ਫੜ ਕੇ ਉੱਕ ਵਾਂਗ ਖਲੋਤਾ ਹੋਇਆ ਸੀ। ਬੇਣੂ ਉਂਗਲਾ ਗਈ। ਸ਼ਾਇਦ ਕੁਝ ਕੁ ਮਿੰਟ ਹੀ, ਪਰ ਮਿੰਟਾਂ ਦੇ ਇਸ ਅਰਸੇ ਵਿੱਚ ਹੀ ਉਹ ਮਨ ਦੀ ਇੱਕ ਅਜੀਬ ਅਵਸਥਾ 'ਚੋਂ ਗੁਜ਼ਰ ਗਈ। ਸੁਪਨਾ ਆਇਆ, ਉਹ ਇੱਕ ਚਿੱਟੀ ਹੰਸਣੀ ਸੀ। ਉੱਥੇ ਪਤਾ ਨਹੀਂ ਕਿੱਥੇ ਇੱਕ ਮਾਨਸਰੋਵਰ ਸੀ, ਤੇ ਉਹਦੇ ਨਾਲ ਇੱਕ ਚਿੱਟਾ ਹੰਸ ਅਠਖੇਲੀਆਂ ਕਰਦਾ ਮੋਤੀਆਂ ਦੀ ਚੋਗ ਚੁਗ ਰਿਹਾ ਸੀ। ਤੇ ਫਿਰ ਜੰਗਲ 'ਚ ਗੋਲੀ ਚੱਲਣ ਦੀ ਆਵਾਜ਼ ਆਈ, ਤੇ ਹੰਸ ਦੇ ਚਿੱਟੇ ਖੰਭਾਂ 'ਚੋਂ ਲਾਲ ਲਹੂ ਵਗਣ ਲੱਗ ਪਿਆ, ਤੇ ਇੱਕ ਸ਼ਿਕਾਰੀ ਨੇ ਝਪੱਟਾ ਮਾਰ ਕੇ ਜ਼ਖਮੀ ਹੰਸ ਨੂੰ ਸਰੋਵਰ 'ਚ ਸੁੱਟ ਦਿੱਤਾ। ਹੰਸਣੀ ਨੂੰ ਦੋਹਾਂ ਹੱਥਾਂ 'ਚ ਫੜ ਲਿਆ। ਹੰਸਣੀ ਨੇ ਉਹਦੇ ਹੱਥਾਂ 'ਚੋਂ ਛੁੱਟਣ ਲਈ ਇੰਨਾ ਜ਼ੋਰ ਲਾਇਆ ਕਿ ਉਹਦੇ ਕਿੰਨੇ ਹੀ ਖੰਭ ਟੁੱਟ ਗਏ, ਤੇ ਫਿਰ ਉਹ ਹੰਸਣੀ ਸ਼ਿਕਾਰੀ ਦੇ ਹੱਥਾਂ 'ਚ ਫੜੀ ਕਾਲੀ ਸਿਆਹ ਹੋ ਗਈ, ਤੇ ਸ਼ਿਕਾਰੀ ਨੇ ਉਹਨੂੰ ਕਾਲੀ ਕੌਣੀ ਸਮਝ ਕੇ ਹੱਥਾਂ 'ਚੋਂ ਛੱਡ ਦਿੱਤਾ, ਤੇ ਉਹ ਕਾਲੇ ਖੰਭਾਂ ਵਾਲੀ ਹੰਸਣੀ ਜੰਗਲ 'ਚ ਉੱਡਣ ਲੱਗ ਪਈ। ਜੰਗਲ ਬਹੁਤ ਹੀ ਵੱਡਾ ਸੀ, ਤੇ ਉਹਦੇ ਕਈ ਖੰਭ ਟੁੱਟੇ ਹੋਏ ਸਨ, ਤੇ ਉਹਦੇ ਕੋਲੋਂ ਬਹੁਤਾ ਉੱਡਿਆ ਨਹੀਂ ਸੀ ਜਾਂਦਾ। ਉਹ ਜੰਗਲ 'ਚ ਉੱਡਦੀ ਇੱਕ ਸਰੋਵਰ ਨੂੰ ਲੱਭਦੀ ਪਈ ਸੀ, ਤੇ ਫਿਰ ਸਰੋਵਰ ਲੱਭ ਪਿਆ। ਉਹਨੇ ਸਰੋਵਰ ਦੇ ਪਾਣੀ 'ਚ ਟੁੱਬੀ ਲਾਈ, ਤੇ ਉਹਦੇ ਕਾਲੇ ਖੰਭ ਫਿਰ ਚਿੱਟੇ ਹੋ ਗਏ। ਅਚਾਨਕ ਗੱਡੀ ਦੀ ਇੱਕ ਸਾਹੀ ਖੜਖੜ ਇੱਕੋ ਵਾਰਗੀ ਰੁਕ ਗਈ, ਜਿਸ ਲਈ ਬੇਣੂ ਦੀ ਨੀਂਦਰ ਟੁੱਟ ਗਈ। ਡੱਬੇ ਦੀਆਂ ਔਰਤਾਂ ਬਾਰੀਆਂ 'ਚੋਂ ਬਾਹਰ ਵੇਖ ਰਹੀਆਂ ਸਨ, ਆਖ ਰਹੀਆਂ ਸਨ, ਸਟੇਸ਼ਨ ਤਾਂ ਕੋਈ ਨਹੀਂ, ਗੱਡੀ ਕਿਉਂ ਖਲੋ ਗਈ। ਗੱਡੀ ਦੀਆਂ ਚੀਕਾਂ ਬਰਾਬਰ ਉੱਚੀ ਸੁਣਾਈ ਦੇ ਰਹੀਆਂ ਸਨ। ਬੂਹੇ ਕੋਲ ਖਲੋਤਾ ਆਦਮੀ ਆਖ ਰਿਹਾ ਸੀ, ਸਟੇਸ਼ਨ ਨੇੜੇ ਹੀ ਹੈ, ਪਰ ਸਿਗਨਲ ਨਹੀਂ ਹੋਇਆ, ਇਸ ਲਈ ਗੱਡੀ ਖਲੋ ਗਈ ਹੈ। ਤੇ ਇੰਨਾ ਕਹਿੰਦਾ ਉਹ ਬੂਹਾ ਖੋਲ੍ਹ ਕੇ ਹੇਠਾਂ ਉਤਰ ਗਿਆ ਸੀ। ਗੱਡੀ ਫਿਰ ਇੱਕ ਹਿਚਕੋਲੇ ਨਾਲ ਤੁਰ ਪਈ, ਤੇ ਬੇਣੂ ਆਪਣੇ ਹੁਣੇ ਵੇਖੇ ਸੁਪਨੇ ਦੇ ਅਚੰਭੇ 'ਚ ਜਾਗਦੀ ਰਹਿ ਗਈ। ਸੋਚ ਰਹੀ ਸੀ ਇਹ ਸਭ ਇਸ ਨਦੀ ਦੇ ਪਾਣੀ ਦਾ ਕੌਤਕ ਹੈ। ਤੇ ਅਚੰਭੇ ਦੇ ਨਾਲ ਨਾਲ ਬੇਣੂ ਦੇ ਮਨ 'ਚ ਧਰਵਾਸ ਵੀ ਆਇਆ, ਉਹ ਜ਼ਰੂਰ ਜੇਲ੍ਹ 'ਚੋਂ ਛੁੱਟ ਜਾਏਗਾ, ਨਹੀਂ ਤਾਂ ਮੈਂ ਸੁਪਨੇ 'ਚ ਕੌਣੀ ਤੋਂ ਹੰਸਣੀ ਕਿਉਂ ਬਣ ਗਈ। ਅੱਜ ਬੇਣੂ ਨੂੰ ਪਹਿਲੀ ਵਾਰ, ਵਿਆਹ ਤੋਂ ਪਿੱਛੋਂ ਪਹਿਲੀ ਵਾਰ, ਆਪਣਾ ਆਪ ਹੰਸਾਂ ਦੇ ਖੰਭਾਂ ਵਰਗਾ ਉੱਜਲ ਜਾਪਿਆ।
ਗੱਡੀ ਰੁਕ ਗਈ। ਸਟੇਸ਼ਨ ਆ ਗਿਆ ਸੀ। ਰਾਤ ਦਾ ਜਾਦੂ ਟੁੱਟ ਗਿਆ। ਬੇਣੂ ਦਾ ਬੁੱਢਾ ਨੌਕਰ ਬੜਾ ਘਬਰਾਇਆ ਹੋਇਆ ਡੱਬੇ 'ਚ ਆਇਆ ਤੇ ਡੱਬੇ ਦੀ ਖੈਰ ਖੈਰੀਅਤ ਵੇਖ ਕੇ ਕਾਲੇ ਕਾਲੇ ਸਾਹ ਲੈਂਦਾ ਬੇਣੂ ਦੇ ਕੋਲ ਵਾਰ ਹੋ ਕੇ ਆਖਣ ਲੱਗਾ, ਮਾਲਕਣ, ਘਰ ਪਹੁੰਚ ਕੇ ਮੈਂ ਹਨੂੰਮਾਨ ਦੇ ਮੰਦਰ ਪ੍ਰਸ਼ਾਦ ਚੜਾਵਾਂਗਾ। ਕੀ ਹੋਇਆ? ਬੇਣੂ ਹੈਰਾਨ ਜੀ ਹੋਈ ਪਰ ਆਖਣ ਲੱਗੀ, ਏਡੀ ਦੂਰ ਸਿੰਧ ਨਦੀ 'ਚ ਪ੍ਰਸ਼ਾਦ ਚੜਾ ਕੇ ਤੇਰੀ ਤਸੱਲੀ ਨਹੀਂ ਹੋਈ? ਨਹੀਂ ਮਾਲਕਣ, ਉਹ ਦੱਸਣ ਲੱਗਾ, ਸਾਡੇ ਡੱਬੇ 'ਚ ਪਿਛਲੇ ਸਟੇਸ਼ਨ ਤੋਂ ਕੋਈ 3 ਜਣੇ ਚੜ੍ਹੇ ਸੀ। ਪਤਾ ਨਹੀਂ ਕੌਣ ਸੀ। ਹੁਣੇ ਪਹਿਲਾਂ ਜਦੋਂ ਸਟੇਸ਼ਨ ਤੋਂ ਪਰਾਂ ਗੱਡੀ ਖਲੋਤੀ ਸੀ ਉੱਥੇ ਉਤਰ ਗਏ। ਪਿੱਛੋਂ ਡੱਬੇ ਵਾਲੇ ਲੋਕ ਦੱਸਦੇ ਸੀ ਕਿ ਉਹ ਕਿਸੇ ਡਾਕੂ ਦੇ ਸਾਥੀ ਸੀ। ਲੋਕਾਂ ਨੂੰ ਡਰ ਸੀ ਕਿ ਅੱਜ ਗੱਡੀ 'ਚ ਡਾਕਾ ਪਏਗਾ। ਉਹਨਾਂ ਦਾ ਮੁਖੀਆ ਵੀ ਸ਼ਾਇਦ ਗੱਡੀ 'ਚ ਸੀ, ਪਤਾ ਨਹੀਂ ਕਿਹੜੇ ਡੱਬੇ 'ਚ। ਤੇ ਫਿਰ ਪਤਾ ਨਹੀਂ ਕੀ ਹੋਇਆ, ਸਾਰੇ ਉਤਰ ਗਏ। ਉਹ ਵੀ ਉਤਰ ਗਿਆ ਹੋਏਗਾ, ਨਹੀਂ ਤਾਂ ਸਾਰੇ ਕਿਉਂ ਉਤਰਦੇ? ਬੇਣੂ ਕੁਝ ਵੀ ਕਹਿਣ ਜਾਂ ਪੁੱਛਣ ਦੀ ਥਾਂ ਉਹਦੇ ਮੂੰਹ ਵੱਲ ਤੱਕਦੀ ਰਹੀ। ਉਹ ਆਖ ਰਿਹਾ ਸੀ, ਪਰ ਸਭ ਪਾਸੇ ਖੈਰ ਖੈਰੀਅਤ ਜਾਪਦੀ ਹੈ, ਨਹੀਂ ਤਾਂ ਹੁਣ ਤੱਕ ਸਟੇਸ਼ਨ 'ਤੇ ਰੌਲਾ ਪੈ ਗਿਆ ਹੁੰਦਾ। ਗੱਡੀ ਨੇ ਚੱਲਣ ਦੀ ਵਿਸਲ ਦਿੱਤੀ ਤੇ ਬੁੱਢਾ ਨੌਕਰ ਮਾਲਕਣ ਦੀ ਖੈਰ ਖੈਰੀਅਤ ਵੇਖ ਕੇ ਆਪਣੇ ਡੱਬੇ 'ਚ ਚਲਾ ਗਿਆ। ਗੱਡੀ ਤੁਰ ਪਈ। ਪਾਣੀ ਦਾ ਖਾਲੀ ਡੋਲ ਜਿਹਦੇ 'ਚ ਬੇਣੂ ਸਿੰਧ ਨਦੀ ਦਾ ਜਲ ਭਰ ਕੇ ਲਿਆਈ ਸੀ, ਗੱਡੀ ਦੇ ਹਚਕੋਲਿਆਂ ਨਾਲ ਹਿੱਲਣ ਲੱਗ ਪਿਆ। ਬੇਣੂ ਨੂੰ ਜਾਪਿਆ ਉਹ ਖਾਲੀ ਹਿੱਲਦਾ ਡੋਲ ਜਿਵੇਂ ਉਹਨੂੰ ਕਹਿ ਰਿਹਾ ਹੋਵੇ, ਇਹ ਮੇਰੇ ਪਾਣੀ ਦਾ ਕੌਤਕ ਸੀ। ਉਹ ਖੌਰੇ ਕੌਣ ਸੀ, ਕਾਹਦੇ ਲਈ ਡੱਬੇ 'ਚ ਆਇਆ ਸੀ, ਪਰ ਤੇਰੇ ਹੱਥੋਂ ਇਹ ਪਾਣੀ ਪੀ ਕੇ ਉਹ ਜਿਵੇਂ ਆਇਆ ਸੀ ਉਵੇਂ ਚਲਾ ਗਿਆ। ਤੇ ਹੰਸਣੀ ਵਾਲੇ ਸੁਪਨੇ ਨੇ ਇਸ ਘਟਨਾ ਨਾਲ ਰਲ ਕੇ ਬੇਣੂ ਦੇ ਹੋਠਾਂ ਉੱਤੇ ਇੱਕ ਮੁਸਕਰਾਹਟ ਲੈ ਆਂਦੀ ਤੇ ਗੱਡੀ ਦਾ ਸਾਰਾ ਰਾਹ ਇਹ ਮੁਸਕਰਾਹਟ ਬੇਣੂ ਦੇ ਹੋਠਾਂ ਨਾਲ ਲੱਗੀ ਰਹੀ। ਸਭ ਜਾਣਦੇ ਹਨ, ਚੰਦਨ ਨੂੰ ਜਦੋਂ ਫਾਂਸੀ ਦਾ ਹੁਕਮ ਹੋ ਗਿਆ, ਉਹਦੇ ਮਾਂ-ਪਿਓ ਤੇ ਭਰਾ ਕਈ ਦਿਨ ਤੇ ਕਈ ਰਾਤਾਂ ਜਿਵੇਂ ਘਰ ਦੇ ਫਰਸ਼ ਉੱਤੇ ਭੁੰਜੇ ਲੱਥੇ ਪਏ ਰਹੇ। ਕਿਸੇ ਵੇਲੇ ਪਾਣੀ ਦਾ ਘੁੱਟ ਇੰਝ ਪੀਂਦੇ ਜਿਵੇਂ ਕੋਈ ਮਰਨ ਲੱਗੇ ਦੇ ਮੂੰਹ ਪਾਣੀ ਲਾਉਂਦਾ ਹੈ। ਰੋਟੀ ਸੰਘੋ ਨਹੀਂ ਸੀ ਲੈਂਦੀ। ਗਰਾਹੀ ਅੰਦਰ ਜਾਣ ਤੋਂ ਪਹਿਲਾਂ ਬਾਹਰ ਨੂੰ ਆਉਂਦੀ ਸੀ। ਮੂੰਹਾਂ ਦੇ ਰੰਗ ਧੂੜ ਵਰਗੇ ਹੋ ਜਾਂਦੇ ਸਨ। ਕਦੇ ਘਰ ਦਾ ਬੂਹਾ ਖੜਕਦਾ, ਕੋਈ ਗੁਆਂਢ ਮੱਥੇ ਦਾ ਰੱਬ ਤਰਸੀ ਵੇਖਣ ਆ ਜਾਂਦਾ ਜਾਂ ਮੁਕੱਦਮੇ ਦਾ ਵਕੀਲ ਅਪੀਲ ਦੀ ਕੁਝ ਗੱਲ ਸੋਚ ਕੇ ਚੰਦਨ ਦੇ ਬੁੱਢੇ ਮਾਂ-ਪਿਓ ਤੇ ਉਹਦੇ ਜਵਾਨ ਜਹਾਨ ਭਰਾ ਬੂਹੇ ਵੱਲ ਇੰਝ ਵੇਖਦੇ ਜੇ ਉਹਨਾਂ ਭੁੰਜੇ ਲੱਥਿਆਂ ਦੇ ਸਿਰਹਾਣੇ ਕੋਈ ਦੀਵਾ ਬੱਤੀ ਕਰਨ ਲਈ ਆਇਆ ਹੋਵੇ। ਪਰ ਕੋਈ ਨਹੀਂ ਜਾਣਦਾ ਜੇਲ੍ਹ ਦੀਆਂ ਸੀਖਾਂ ਵਾਲੀ ਕੋਠੜੀ ਦੇ ਠੰਡੇ ਹਨੇਰੇ 'ਚ ਚੰਦਨ ਕਿਵੇਂ ਇੱਕ ਤੱਤੇ ਹਨੇਰੇ ਵਾਂਗ ਬਲਦਾ ਪਿਆ ਸੀ। ਉਹਦੀ ਜਾਗ ਤੇ ਨੀਂਦਰ ਜਿਵੇਂ ਇੱਕੋ ਜਿਹੀ ਹੋ ਗਈ ਸੀ। ਅੱਖਾਂ ਅੱਗੇ ਜੋ ਕੁਝ ਫੈਲਦਾ ਤੇ ਸਿਮਟਦਾ ਸੀ, ਪਤਾ ਨਹੀਂ ਸੀ ਲੱਗਦਾ ਉਹ ਜਾਗ ਦਾ ਹਿੱਸਾ ਸੀ ਜਾਂ ਨੀਂਦਰ ਦਾ। ਇੱਕ ਹੱਡੀਆਂ ਦਾ ਭਰਿਆ ਹੋਇਆ ਜੰਗਲ ਸੀ ਤੇ ਚੰਦਨ ਉਸ ਜੰਗਲ ਵਿੱਚੋਂ ਹੱਡੀ ਹੱਡੀ ਨੂੰ ਨਹੀਂ ਜਲਾ ਕੇ ਵੇਖਦਾ, ਆਪਣੀਆਂ ਹੱਡੀਆਂ ਨੂੰ ਲੱਭ ਰਿਹਾ ਹੁੰਦਾ। ਇਹ ਸ਼ਾਇਦ ਇੱਕ ਰਾਤ ਦਾ ਸੁਪਨਾ ਸੀ ਜੋ ਰਾਤ 'ਚੋਂ ਨਿਕਲ ਕੇ ਦਿਨ ਦੇ ਘੇਰ 'ਚ ਆ ਗਿਆ ਸੀ ਤੇ ਚੰਦਨ ਮੌਤ ਦੇ ਪਲ 'ਚੋਂ ਲੰਘੇ ਬਗੈਰ ਮਰਨੋਂ ਬਾਅਦ ਦੀਆਂ ਆਪਣੀਆਂ ਹੱਡੀਆਂ ਚੁਣ ਰਿਹਾ ਸੀ। ਇੱਕੋ ਵੇਲੇ ਜਿਉਂਦਾ ਵੀ ਤੇ ਮੋਇਆ ਵੀ। ਇਸੇ ਜੰਗਲ ਦੇ ਸੁਪਨੇ 'ਚ ਇੱਕ ਨਦੀ ਦਾ ਸੁਪਨਾ ਵੀ ਰਲ ਗਿਆ। ਚੰਦਨ ਨੂੰ ਤ੍ਰੇਹ ਨਾਲ ਆਪਣੀ ਜੀਭ ਆਕੜੀ ਹੋਈ ਜਾਪਦੀ ਤੇ ਦੂਰੋਂ ਦਿਸਦੀ ਨਦੀ ਕੋਲ ਜਦੋਂ ਦੌੜ ਕੇ ਜਾਂਦਾ, ਨਦੀ ਲਹੂ ਦੀ ਹੋ ਜਾਂਦੀ। ਇੱਕ ਸਵੇਰ ਉਸੇ ਸੁਪਨੇ ਤੋਂ ਜਾਗਿਆ ਤੇ ਜਾਗ ਨੀਂਦਰ ਦੇ ਫਰਕ ਨੂੰ ਜਾਣੇ ਬਿਨਾਂ ਉਹਨੇ ਜਦੋਂ ਕੋਠੜੀ 'ਚ ਪਏ ਹੋਏ ਪਾਣੀ ਦੇ ਕਸੋਰੇ ਨੂੰ ਮੂੰਹ ਲਾਇਆ, ਉਹਨੂੰ ਨਦੀ ਵਾਲੇ ਲਹੂ 'ਚ ਪਏ ਹੋਏ ਪਾਣੀ ਦੇ ਕਸੋਰੇ ਨੂੰ ਮੂੰਹ ਲਾਇਆ, ਉਹਨੂੰ ਨਦੀ ਵਾਲੇ ਲਹੂ ਦੀ ਅਜਿਹੀ ਹੁਬਕ ਆਈ, ਉਹਨੇ ਚੀਕ ਮਾਰ ਕੇ ਕਸੋਰੇ ਵਾਲਾ ਪਾਣੀ ਡੋਲ ਦਿੱਤਾ। ਤੇ ਚੰਦਨ ਨੇ ਜਿਵੇਂ ਆਪਣੇ ਅੱਖੀਂ ਆਪਣੇ ਪ੍ਰੇਤ ਨੂੰ ਵੇਖਿਆ ਕਿ ਕੁਝ ਲੋਕ ਇੱਕ ਔਰਤ ਦੇ ਦੁਆਲੇ ਬਹਿ ਕੇ ਅੱਗ ਦੀ ਧੂਣੀ ਧੁਖਾ ਰਹੇ ਨੇ, ਚਿਮਟਿਆਂ ਨਾਲ ਉਸ ਔਰਤ ਨੂੰ ਮਾਰ ਰਹੇ ਨੇ। ਔਰਤ ਚੀਕਾਂ ਮਾਰ ਰਹੀ ਹੈ। ਧੂਣੀ ਦਾ ਧੂੰਆਂ ਇੰਨਾ ਗਾੜਾ ਹੈ ਕਿ ਔਰਤ ਦਾ ਮੂੰਹ ਨਹੀਂ ਪਛਾਣਿਆ ਜਾਂਦਾ। ਫਿਰ ਧੂੰਆਂ ਕੁਝ ਘਟ ਜਾਂਦਾ ਹੈ। ਉਹ ਵੇਖਦਾ ਉਹ ਬੇਣੂ ਹੈ। ਉਹ ਦੌੜ ਕੇ ਬੇਣੂ ਨੂੰ ਛੁਡਾਉਣ ਲੱਗਦਾ ਹੈ ਕਿ ਇੱਕ ਵੱਡਾ ਸਾਰਾ ਲੋਹੇ ਦਾ ਚਿਮਟਾ ਉਹਦੇ ਮੂੰਹ 'ਤੇ ਵੱਜਦਾ ਹੈ। ਦੁਆਲੇ ਖਲੋਤੇ ਲੋਕ ਆਖਦੇ ਹਨ, ਬੇਣੂ ਨੂੰ ਚੰਦਨ ਦਾ ਪ੍ਰੇਤ ਚੰਬੜ ਗਿਆ। ਸਾਰੀ ਰਾਤ ਉਹਨੂੰ ਚਿਮਟੇ ਮਾਰੇ ਹਨ ਪਰ ਪ੍ਰੇਤ ਨਹੀਂ ਨਿਕਲਦਾ। ਸਭ ਜਾਣਦੇ ਹੈ ਚੰਦਨ ਭਾਵੇਂ ਜੇਲ੍ਹ ਦੀ ਸੀਖਾਂ ਵਾਲੀ ਕੋਠੜੀ ਸੀ ਪਰ ਜਿਉਂਦਾ ਸੀ, ਪਰ ਕੋਈ ਨਹੀਂ ਜਾਣਦਾ ਚੰਦਨ ਨੇ ਜਿਉਂਦੇ ਜੀ ਆਪਣੀ ਘਰ ਦੀਆਂ ਹੱਡੀਆਂ ਚੁਣੀਆਂ ਸਨ। ਪਾਣੀ ਦੀ ਨਦੀ ਚੌਕਣਾ ਲਹੂ ਪੀਤਾ ਸੀ ਤੇ ਆਪਣਾ ਉਹ ਪ੍ਰੇਤ ਵੀ ਵੇਖਿਆ ਸੀ ਜਿਹਨੂੰ ਲੋਕ ਚਿਮਟਿਆਂ ਨਾਲ ਬੇਣੂ ਦੇ ਪਿੰਡੇ ਉਤਾਰ ਰਹੇ ਸਨ। ਬੇਣੂ ਕਿਸੇ ਵੇਲੇ ਚੰਦਨ ਦੇ ਮੂੰਹ ਨਾ ਨਿਕਲਦਾ ਤੇ ਲੋਕਾਂ ਦੀਆਂ ਸੀਖਾਂ ਨਾਲ ਵੱਜ ਕੇ ਚੰਦਨ ਦੀ ਜੇਲ੍ਹ ਵਾਲੀ ਕੋਠੜੀ 'ਚ ਜ਼ਖਮੀ ਹੋ ਕੇ ਡਿੱਗ ਪੈਂਦਾ। ਸਭ ਜਾਣਦੇ ਸਨ ਬੇਣੂ ਜਦੋਂ ਸਿੰਧ ਨਦੀ ਦਾ ਤਪ ਇਸ਼ਨਾਨ ਕਰਕੇ ਮੁੜੀ। ਇਹ ਖਬਰ ਬੇਣੂ ਦੇ ਮਾਪਿਆਂ ਨੂੰ ਵੀ ਮਿਲੀ ਤਾਂ ਬੇਣੂ ਦੇ ਮਾਂ ਨੇ ਸਿੰਧ ਨਦੀ ਦੇ ਪ੍ਰਤਾਪ 'ਚ ਆਪਣਾ ਯਤਨ ਰਲਾ ਕੇ
ਉਸ ਪ੍ਰਤਾਪ ਨੂੰ ਵਧਾਉਣ ਲਈ ਬੇਣੂ ਨੂੰ 4 ਦਿਨ ਪੇਕੇ ਸੱਦ ਲਿਆ। ਔਲਾਦ ਬਿਨਾਂ ਤੀਵੀਂ ਦੀ ਜੜ ਧਰਤੀ 'ਚ ਨਹੀਂ ਲੱਗਦੀ। ਬੇਣੂ ਦੀ ਮਾਂ ਨੇ ਪਿੰਡ ਦੇ ਪਾਂਧੇ ਨੂੰ ਬਰੀਕ ਮਲਮਲ ਦੀ ਧੋਤੀ ਤੇ 5 ਰੁਪਏ ਚੜ੍ਹਾ ਕੇ ਕੋਈ ਉਪਾਅ ਪੁੱਛਿਆ ਕਿ ਜਿਵੇਂ ਕਿਵੇਂ ਬੇਣੂ ਦੀ ਕੁੱਖ ਹਰੀ ਹੋਵੇ। ਮਾਂ ਦੀ ਅੰਦਰ ਨੂੰ ਅੰਦਰੋਂ ਇੱਕ ਭੈ ਚੀਰਦਾ ਸੀ ਕਿ ਜੇ ਇੰਜੇ ਹੋਰ 4 ਵਰ੍ਹੇ ਲੰਘ ਗਏ, ਬੇਣੂ ਦੇ ਘਰ ਕੋਈ ਔਲਾਦ ਨਾ ਹੋਈ ਤਾਂ ਕੀ ਪਤਾ ਉਹ ਵਪਾਰੀ ਪੁੱਤਰ ਕੋਈ ਹੋਰ ਡੋਲਾ ਘਰ ਲੈ ਆਵੇ। ਉਹਦੀ ਪਹਿਲੀ ਰਖੇਲ ਦੀ ਗੱਲ ਵੀ ਕਿਸੇ ਤੋਂ ਗੁੱਝੀ ਨਹੀਂ ਸੀ। ਭਾਵੇਂ ਉਹ ਕੁਜਾਤਣ ਸੀ, ਪਰ ਜਾਤ ਵਾਲੀਆਂ ਵੀ ਘਰ ਦਾਣੇ ਹੋਣ ਤਾਂ 7 ਸੁਆਈਆਂ ਮਿਲ ਸਕਦੀਆਂ ਹਨ। ਸੋ ਪਾਂਧੇ ਨੇ ਬੇਣੂ ਦੀ ਮਾਂ ਨੂੰ ਜਿੱਥੇ ਦਾਨ ਪੁੰਨ ਤੇ ਹੋਰ ਉਪਾਅ ਦੱਸੇ, ਉੱਥੇ ਇੱਕ ਇਹ ਉਪਾਅ ਵੀ ਦੱਸਿਆ ਕਿ ਮੰਗਲਵਾਰ ਵਾਲੇ ਦਿਨ ਬੇਣੂ ਨੂੰ ਨੁਹਾ ਧੁਆ ਕੇ ਹੱਥੀਂ ਇੱਕ ਮੋਂਗੇ ਦੀ ਮੁੰਦਰੀ ਪਾ ਦਿੱਤੀ ਜਾਏ। ਮਾਂ ਨੇ ਜੌਹਰੀ ਨੂੰ ਮੁੱਲ ਤਾਂ ਤਾਰਨਾ ਹੀ ਸੀ, ਨਾਲ ਪੁੰਨ ਦੇ ਨਾਂ 'ਤੇ ਹਾੜਾ ਵੀ ਕੀਤਾ ਕਿ ਉਹ ਪਰਖ ਕੇ ਸੁੱਚਾ ਥੇਵਾ ਦੇਵੇ ਤਾਂ ਕਿ ਉਹਦੇ ਅਸਰ ਵਿੱਚ ਕੋਈ ਕੂਣ ਕੱਜ ਨਾ ਹੋਵੇ। ਤੇ ਜਦੋਂ ਲਾਖੇ ਰੰਗ ਦਾ ਮੋਂਗਾ ਸੋਨੇ ਦੀ ਤਾਰ ਵਿੱਚ ਵਾਲਿਆ ਘਰ ਆ ਗਿਆ, ਬੇਣੂ ਦੀ ਮਾਂ ਨੇ ਉਹ ਕਿਸੇ ਹੱਥ ਬੇਣੂ ਨੂੰ ਭੇਜਣ ਦੀ ਥਾਂ ਬੇਣੂ ਨੂੰ ਸੱਦ ਮੰਗਵਾਇਆ। ਮਾਂ ਨੂੰ ਬੇਣੂ ਦੇ ਅਣਗਹਿਲੇ ਮਨ ਦਾ ਪਤਾ ਸੀ ਤੇ ਪਾਂਧੇ ਨੇ ਜਿਵੇਂ ਉਸ ਮੋਂਗੇ ਨੂੰ ਧਾਰਨ ਕਰਨ ਦੀ ਵਿਧੀ ਦੱਸੀ ਸੀ, ਮਾਂ ਨੂੰ ਭਰੋਸਾ ਨਹੀਂ ਸੀ ਕਿ ਅੱਖਾਂ ਤੋਂ ਓਹਲੇ ਬੈਠੀ ਬੇਣੂ ਉਸ ਵਿਧੀ ਅਨੁਸਾਰ ਸਭ ਕੁਝ ਕਰੇਗੀ। ਸੋ ਆਪਣੀਆਂ ਅੱਖਾਂ ਸਾਹਮਣੇ ਉਹ ਬੇਣੂ ਨੂੰ ਮੁੰਦਰੀ ਪਵਾਉਣਾ ਚਾਹੁੰਦੀ ਸੀ। ਧੰਨਵਾਦ।